महाराज शेर सिंह विष्णु भगवान दी जय। सोहंग 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 महाराज शेर सिंह विष्णु भगवान दी जय। सच्चे पातशाह सर्व हर संत जीओ। 5 मगर शहनशाही संमत 57 ਦਾ ਦਿਹਾੜਾ ਹੈ। ਸੱਚੇ ਪਾਤਸ਼ਾਹ ਬੜੀ ਦਇਆ ਕੀਤੀ ਹੈ ਕਿ ਆਪਾਂ ਸਤਸੰਗ ਕਰ ਰਹੇ ਹਾਂ, ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਸੰਗ ਜੁੜੇ ਹਾਂ। ਕੁਛ ਬਾਣੀ ਆਪਾਂ ਲੈਣੀ ਹੈ, ਜਿਹੜੇ ਪੁਰਾਤਨ ਭਗਤ ਹੋਏ ਹਨ ਉਹਨਾਂ ਦਾ ਲੇਖ ਇਸ ਦੇ ਵਿੱਚ ਆਵੇਗਾ, ਨਾਮ ਆਵੇਗਾ ਕੁਛ ਭਗਤਾਂ ਦਾ, ਔਰ ਕੁਛ ਇਸ ਦੇ ਵਿੱਚ ਵੇਰਵਾ ਆਉਣਾ ਹੈ ਸੱਚੇ ਪਾਤਸ਼ਾਹ ਜੀ ਦੇ ਹਰਿਮੰਦਰ ਸਾਹਿਬ ਜਾਣ ਪਰਤਾਏ। ਕੁਛ ਵੇਰਵਾ ਆਏਗਾ ਕਿ ਗੋਬਿੰਦ ਪਾਤਸ਼ਾਹ ਜੀ ਦਾ ਬਚਨ ਸੀ ਕਿ ਨੇਕ ਕਲੰਕ ਅਵਤਾਰ ਆਉਣਗੇ, ਸਰਬ ਸਮਰੱਥ ਨੇਕ ਕਲੰਕ ਅਵਤਾਰ ਆਉਣਗੇ ਕਲਯੁਗ ਅੰਤਮ। ਇਸ ਦੇ ਵਿੱਚ ਗੁਰਮੁਖ ਭਗਤ ਤੇ ਬੇਮੁਖ ਪ੍ਰਥਾਏ ਵੀ ਲਿਖਤ ਆਉਣੀ ਹੈ। ਇਸੇ ਲਿਖਤ ਦੇ ਵਿੱਚ ਅੰਤਮ ਆ ਕੇ ਨੇਕ ਕਲੰਕ ਅਵਤਾਰ ਨੇ ਜਿੱਥੇ ਜਾਮਾ ਪਾਇਆ ਕਣਕਪੁਰੀ ਦੇ ਵਿੱਚ, ਉਹ ਨਗਰ ਦਾ ਨਾਮ, ਮਾਤਾ ਪਿਤਾ ਦਾ ਨਾਮ, ਸਾਰਾ ਵੇਰਵਾ ਇਸ ਲਿਖਤ ਦੇ ਵਿੱਚ ਆਉਣਾ ਹੈ। ਔਰ ਆਪ ਸਾਰੇ ਭੈਣ ਭਰਾਵਾਂ ਨੇ, ਹਰ ਸੰਗਤ ਨੇ ਜਿਹੜਾ ਹੈ ਧਿਆਨ ਨਾਲ ਸੁਣਨਾ ਹੈ, ਸੁਰਤ ਕਰਕੇ ਸੁਣਨਾ ਹੈ ਕਿ ਪੁਰਾਤਨ ਭਗਤਾਂ ਦੀ ਪੈਜ ਜਿਸ ਭਗਵਾਨ ਨੇ ਰੱਖੀ, ਉਸ ਭਗਵਾਨ ਨੇ ਕਿਸ ਤਰ੍ਹਾਂ ਆ ਕੇ ਫਿਰ ਕਲਯੁਗ ਅੰਤਮ ਅਵਤਰਨ ਕੀਤਾ ਕਣਕਪੁਰੀ ਦੇ ਵਿੱਚ, ਔਰ ਆ ਕੇ ਫਿਰ ਭਗਤ ਜਨਾਂ ਦੀ ਪੈਜ ਰੱਖੀ, ਭਗਤਾਂ ਨੂੰ ਮਾਣ ਦਿੱਤਾ। ਹਰ ਸੰਗਤ ਜੀਓ, ਬੜਾ ਵੱਡਾ ਲੇਖ ਹੈ, ਇਹਦੇ ਵਾਸਤੇ ਸਮਾਂ ਬਹੁਤ ਜ਼ਿਆਦਾ ਚਾਹੀਦਾ ਹੈ। ਗੱਲ ਕਰਨ ਵਾਸਤੇ ਆਪਣੇ ਮਾਲਕ ਦੀ, ਨੇਕ ਕਲੰਕ ਅਵਤਾਰ ਪਰਿਪੂਰਨ ਪਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ ਗੱਲ ਕਰਨ ਪਰਥਾਏ ਆਪਾਂ ਨੂੰ ਸਮਾਂ ਬਹੁਤ ਚਾਹੀਦਾ ਹੈ। ਸਮਾਂ ਹੈ ਨਹੀਂ, ਗੱਲ ਬਹੁਤ ਵੱਡੀ ਆ। 10:30 ਵਜੇ ਕਿਹਾ ਸਮਾਪਤੀ ਕਰ ਦਿਓ, 15 ਮਿੰਟਾਂ ਦੇ ਵਿੱਚ ਗੱਲ ਹੋ ਨਹੀਂ ਸਕਦੀ। ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ। ਸੋ ਜੇ ਤੇ 10 ਕੁ ਮਿੰਟ ਹੋਰ ਮਿਲ ਜਾਣ, ਕਿਉਂ ਜੀ ਸੈਕਟਰੀ ਸਾਹਿਬ, ਤੇ ਫਿਰ ਉਸ ਹਿਸਾਬ ਨਾਲ ਗੱਲ ਰੱਖੀਏ। ਬੜਾ ਆਨੰਦ ਆਇਆ। ਆਪਾਂ ਸੱਚੇ ਪਾਤਸ਼ਾਹ ਦੇ ਵੇਖੋ ਗੁਣਗਾਨ ਕੀਤੇ, ਕਵਿਤਾ ਸੁਣੀ। ਭਾਈਏ ਤਾਰਾ ਸਿੰਘ ਹੋਣਾ ਨੇ ਕਿੰਨੇ ਪਿਆਰ ਤੇ ਵਿਰਾਗ ਦੇ ਵਿੱਚ ਕਿੱਦਾਂ ਸੁਰਤ ਚਰਨਾਂ ਨਾਲ ਜੋੜ ਕੇ ਤੇ ਸਾਰੀ ਜਿਹੜੀ ਕਵਿਤਾ ਦੀ ਵੇਖੋ ਬੰਤ ਬਣਾਈ। ਹੁਣ ਥੋੜ੍ਹਾ ਜਿਹਾ ਇੱਥੇ ਬਚਨ ਸਾਂਝਾ ਕਰ ਦੇਵਾਂ ਕਿ ਇਹ ਜਿਹੜੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ, ਇਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਆਪ ਹੀ ਉਹਨਾਂ ਤੇ ਕਿਰਪਾ ਕਰਕੇ ਤੇ ਉਹਨਾਂ ਦੇ ਰਾਹੀਂ ਲਿਖਵਾਈਆਂ ਹਨ। ਇੰਨਾ ਜਿਹੜਾ ਬੋਧ ਹੈ ਬਿਨਾਂ ਕਿਰਪਾ ਤੋਂ, ਬਿਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸਿਰ ਤੇ ਹੱਥ ਰੱਖਿਆ, ਉਸ ਸਿੱਖ ਤੇ ਹੱਥ ਰੱਖਿਆ ਸਿਰ ਤੇ ਫਿਰ ਹੀ ਲਿਖੀਆਂ ਗਈਆਂ। ਸ਼ਬਦਾਂ ਦੇ ਵਿੱਚ ਆਪਾਂ ਆਨੰਦਪੁਰ ਪਰਥਾਏ ਵੀ ਪੜ੍ਹਿਆ, ਕਣਕਪੁਰੀ ਵਿੱਚ ਅਵਤਾਰ ਲੈਣ ਪਰਥਾਏ ਵੀ ਪੜ੍ਹਿਆ। ਆਪਾਂ ਇਹਨੂੰ ਸਮਝਣਾ ਹੈ, ਇਹਨਾਂ ਸ਼ਬਦਾਂ ਨੂੰ, ਬਾਣੀ ਨੂੰ, ਕਵਿਤਾਵਾਂ ਨੂੰ ਸਮਝਣਾ ਹੈ, ਔਰ ਆਪਾਂ ਇਸ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਤਰਸ ਸੱਚੇ ਪਾਤਸ਼ਾਹ ਤੋਂ ਮੰਗਣਾ ਹੈ, ਰਹਿਮ ਕਿਰਪਾ ਮੰਗਣੀ ਹੈ। ਆਓ ਆਪਾਂ ਲਿਖਤ ਪੜ੍ਹਦੇ ਹਾਂ, ਔਰ ਆਪ ਜੀ ਨੇ ਲਿਖਤ ਨੂੰ ਜਿਹੜਾ ਹੈ ਬੜੇ ਪ੍ਰੇਮ ਨਾਲ ਸੁਣਨਾ ਹੈ। 2 ਨੰਬਰ ਗ੍ਰੰਥ ਦੇ ਵਿੱਚੋਂ ਆਪਾਂ ਲਿਖਤ ਲਈ ਹੈ। ਜਿਹੜਾ PDF ਪੇਜ ਹੈ ਇਸ ਦਾ 24 ਹੈ।
ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਜੀ ਦੀ ਜੋ ਇਹ ਬਾਣੀ ਹੈ, ਇਸ ਦਾ ਅਰਥ ਨਹੀਂ ਕੋਈ ਕਰ ਸਕਦਾ। ਕੇਵਲ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੀ ਇਸ ਦਾ ਅਰਥ ਭਾਵ ਜੋ ਹੈ, ਸਾਰ ਸ਼ਬਦ ਜੋ ਹੈ, ਜੋ ਵੀ ਮੂਲ ਰੂਪ ਦੇ ਵਿੱਚ ਇਸ ਦਾ ਅਰਥ ਹੈ, ਉਹੀ ਇਸ ਨੂੰ ਜਾਣਦੇ ਹਨ ਲਿਖਾਉਣ ਵਾਲੇ। ਬਾਣੀ ਦਾ ਬਚਨ ਚੱਲਿਆ ਕਿ ਪੜ੍ਹਿਓ ਤੇ ਵਿਚਾਰਿਓ ਬਾਣੀ। ਇਹ ਵੀ ਵਚਨ ਬੜਾ ਉੱਤਮ ਤੇ ਸ੍ਰੇਸ਼ਟ ਹੈ ਕਿ ਸਾਨੂੰ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ, ਵਿਚਾਰਨਾ ਚਾਹੀਦਾ ਹੈ, ਇਸ ਦੇ ਉੱਪਰ ਚੱਲਣਾ ਚਾਹੀਦਾ ਹੈ, ਚੱਲ ਕੇ ਆਪਣਾ ਜੀਵਨ ਸਫਲ ਕਰ ਲੈਣਾ ਚਾਹੀਦਾ ਹੈ। ਔਰ ਜਿੰਨੀ ਕੁ ਆਪਾਂ ਨੂੰ ਸੱਚੇ ਪਾਤਸ਼ਾਹ ਹੁਣ ਸੋਝੀ ਦੇਣਗੇ, ਦਇਆ ਕਰਨਗੇ, ਉਨੀ ਕੁ ਵਿਚਾਰ ਮੈਂ ਵੀ ਆਪ ਜੀ ਨਾਲ ਸਾਂਝੀ ਕਰ ਦੂੰ, ਔਰ ਆਪ ਜੀ ਸਾਰੇ ਹੁਣ ਬਾਣੀ ਨੂੰ ਜਿਹੜਾ ਹੈ ਉਹ ਸੁਣਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾਏ, ਕਲਯੁਗ ਜੀਵ ਸੁਰਤ ਭੁਲਾਈ, ਆਪਣਾ ਬੈਠੇ ਮੂਲ ਗਵਾਈ, ਦਿਵਸ ਰਹਿਣ ਰਹਿਣ ਦਿਵਸ ਕੋ ਕਰਮ ਰਹੇ ਕਮਾਈ, ਸਤ ਸਤ ਜਤ ਜਤ ਆਪਣਾ ਆਪ ਰਹੇ ਗਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਅੰਤ ਦੇ ਸਜਾਈ, ਐੜਾ ਅਥਰਬਨ ਅਲਾਹੀ ਨੂਰ, ਐੜਾ ਅਥਰਬਨ ਅਲਾਹੀ ਨੂਰ, ਪ੍ਰਭ ਅਵਨਾਸ਼ੀ ਜੋਤ ਸਰੂਪ, ਸਰਬ ਜਨਾ ਪ੍ਰਭ ਆਸ਼ਾ ਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਰੂਪੀ ਸਦ ਹਿਰਦੇ ਵਸੇ, ਬੇਮੁਖਾਂ ਦਿਸੇ ਦੂਰ। ਇੱਥੇ ਮੈਂ ਹਰ ਸੰਗਤ ਜੀ ਰੁਕਣਾ ਚਾਹੁੰਦਾ, ਕੁਛ ਆਪਣਾ ਵਿਚਾਰ ਸਾਂਝਾ ਕਰਾਂਗਾ ਕਿ ਜਿਨ੍ਹਾਂ ਨੇ ਕਰਮ ਔਰ ਨੀਚ ਕਰਮ ਕੀਤੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੇ ਪਾਤਸ਼ਾਹ ਕਹਿ ਰਹੇ ਕਿ ਕਲਯੁਗ ਅੰਤਮ ਪ੍ਰਗਟ ਹੋ ਕੇ ਮੈਂ ਹੀ ਇਹਨਾਂ ਨੂੰ ਸਜ਼ਾ ਜਿਹੜੀ ਆ ਦੇਣੀ ਹੈ, ਮੈਂ ਹੀ ਸਜ਼ਾ ਦੇ ਰਿਹਾ ਹਾਂ। ਔਰ ਹਰ ਸੰਗਤ ਜੀਓ ਸਮਝਣ ਵਾਸਤੇ ਹੈ, ਸਾਡੇ ਤੇ ਬਖਸ਼ਿਸ਼ ਕਰਨ ਤੇ ਫੇਰ ਹੀ ਸਮਝ ਆਉਂਦੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਸਰੂਪੀ ਸਦਾ ਹੀ ਹਿਰਦੇ ਵਿੱਚ ਵਾਸਾ ਹੈ, ਬੇਮੁਖਾਂ ਨੂੰ ਸਿਰਫ ਦੂਰ ਨਜ਼ਰ ਆਉਂਦੇ ਹਨ। ਮੈਂ ਅੱਗੇ ਬਾਣੀ ਪੜ੍ਹਦਾ ਹਾਂ ਫੇਰ। ਅੰਮ੍ਰਿਤ ਵੇਲਾ ਵਕਤ ਸੁਹੰਜਣਾ, ਜੋਤ ਜਗਾਏ ਪ੍ਰਭ ਨਿਰੰਜਣਾ, ਵਕਤ ਸੁਹਾਏ ਪ੍ਰਭ ਪੈ ਪੰਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਸਾਚਾ ਸਾਕ ਸੈਣ ਸੱਜਣਾ। ਫਿਰ ਇੱਥੇ ਥੋੜਾ ਰੁਕਾਂਗਾ। ਜਗਤ ਦੇ ਨਾਤੇ ਸਾਰੇ ਪਾਤਸ਼ਾਹ ਨੇ ਕੂੜੇ ਦੱਸੇ ਆ, ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੇ ਪਾਤਸ਼ਾਹ ਕਹਿ ਰਹੇ ਕਿ ਮੇਰਾ ਹੀ ਨਾਤਾ ਸੱਚਾ ਹੈ, ਮੈਂ ਹੀ ਤੇਰਾ ਸਾਕ ਸੱਜਣ ਸੈਣ ਆ। ਤੋ ਵਿਚਾਰੀ ਜਾਇਓ ਇੱਕ ਇੱਕ ਪੰਕਤੀ ਨੂੰ। ਭਗਤ ਜਨਾ ਪਰਥਾਏ ਹੈ ਇਹ ਸਾਰੀ ਲਿਖਤ। ਗੁਰਮੁਖ ਸਾਚਾ, ਗੁਰਮੁਖ ਸਾਚੇ ਤੇਰਾ ਸਾਚਾ ਸਾਖ ਸੈਣ ਸੱਜਣਾ। ਅੰਮ੍ਰਿਤ ਵੇਲਾ ਅੰਮ੍ਰਿਤ ਭਰਿਆ, ਗੁਰਮੁਖ ਸਾਚਾ ਪ੍ਰਭ ਦਰ ਖਰਿਆ। ਜੋਤ ਪ੍ਰਗਟਾਏ ਜਗਾਏ ਅਵਤਾਰ ਨਰਿਆ, ਵਕਤ ਸੁਹਾਏ ਪੈਜ ਰਖਾਏ, ਗੁਰ ਸ਼ਰਨ ਆਏ ਜਨ ਤਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਸਾ ਵਰਿਆ। ਅੰਮ੍ਰਿਤ ਵੇਲੇ ਦੀ ਵਡਿਆਈ ਚੱਲ ਰਹੀ ਹੈ ਹਰ ਸੰਗਤ ਜੀਓ। ਅੰਮ੍ਰਿਤ ਵੇਲਾ ਅੰਮ੍ਰਿਤ ਤਾਰ, ਗੁਰਮੁਖਾਂ ਦੇਵੇ ਚਰਨ ਪਿਆਰ। ਸਾਚਾ ਗੁਰ ਗੁਰਮੁਖ ਸਾਚਾ ਪਾਵੇ ਸਾਰ, ਸਾਚੀ ਦੇਵੇ ਨਾਮ ਪਿਖ, ਜਨ ਮੰਗਣ ਖੜੇ ਦਵਾਰ। ਭਗਤ ਜਨਾ ਲੇਖ ਸਾਚੇ ਲਿਖ, ਮਾਨਸ ਜਨਮ ਜਾਏ ਸੁਧਾਰ।
ਵੇਖੀ ਜਾਇਓ, ਵਿਚਾਰੀ ਜਾਇਓ ਸੁਰਤ ਕਰਕੇ ਕਿ ਕਿੰਨੇ ਭਗਤ ਜਨਾਂ ਦਾ ਲੇਖ ਲਿਖਿਆ, ਕਿੰਨੇ ਭਗਤ ਜਨਾਂ ਦਾ ਜਨਮ ਸੁਧਾਰਿਆ, ਕਿਸ ਨੇ ਪਹਿਜ ਰੱਖੀ ਆ ਕੇ ਪੱਤ ਰੱਖੀ। ਬਾਣੀ ਦੇ ਵਿੱਚ ਇੱਕ ਪੰਕਤੀ ਵਿਚਾਰਨ ਵਾਲੀ ਹੈ ਜਿਹੜੀ ਚੱਲ ਰਹੀ ਹੈ। ਔਰ ਹਰ ਸੰਗਤ ਜੀਓ, ਸੱਚੀ ਨਾਮ ਭਿੱਖ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕ ਪ੍ਰਵਾਸੀ ਜੀ ਦੇ ਜਿਹੜੇ ਨਾਮ ਸ਼ਬਦ ਦੀ ਦਾਤ ਹੈ, ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਕਾਰਾ। ਇਹ ਸੱਚੀ ਨਾਮ ਜਿਹੜੀ ਭਿੱਖ ਸਾਨੂੰ ਸਾਹਿਬਾਂ ਨੇ ਪਾਈ ਹੈ, ਭਗਤ ਜਨਾਂ ਨੂੰ ਜਿਹੜੀ ਦਿੱਤੀ ਹੈ, ਇਹਨੂੰ ਮੰਗਣ ਵਾਸਤੇ ਹੀ ਜਨ ਭਗਤ ਦਵਾਰ ਦੇ ਵਿੱਚ ਖੜਦੇ ਹਨ ਔਰ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ ਆ। ਔਰ ਸਾਡੇ ਤੇ ਦਇਆ ਕਰਕੇ ਜਿਹੜਾ ਨਾਮ ਸ਼ਬਦ ਦੀ ਸਾਨੂੰ ਦਾਤ ਦਿੱਤੀ ਆ, ਇਸ ਦੇ ਨਾਲ ਸਾਡਾ ਜਨਮ ਜਿਹੜਾ ਸੁਧਰ ਜਾਂਦਾ। ਆਤਮ ਭਗਤ ਜਨਾ ਲੇਖ ਸਾਚੇ ਲਿਖ, ਮਾਨਸ ਜਨਮ ਜਾਏ ਸੁਧਾਰ। ਇਹ ਵੀ ਵੇਖ ਤੇ ਵਿਚਾਰ ਲੈਣਾ ਹੈ ਆਪਾਂ ਕਿ ਕਿਸ ਨੇ ਭਗਤ ਜਨਾਂ ਦੇ ਲੇਖ ਲਿਖੇ ਤੇ ਕਿਸ ਨੇ ਸਾਡਾ ਜਨਮ ਸੁਧਾਰਿਆ ਹੈ। ਹਰ ਸੰਗ ਆਤਮ ਮਿਟਾਏ ਸਾਰੀ ਭੁੱਖ, ਅੰਮ੍ਰਿਤ ਬਰਖੇ ਕਿਰਪਾ ਧਾਰ। ਗੁਰਮੁਖ ਮਿਟਾਏ ਆਤਮ ਤ੍ਰਿਖ, ਦੇਵੇ ਦਰਸ਼ ਆਪ ਕਰਤਾਰ। ਗੁਰਮੁਖ ਸਾਚੇ ਸਾਚੇ ਸਿੱਖ, ਚੱਲ ਆਇਣ ਪ੍ਰਭ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਰਖੇ ਕਿਰਪਾ ਧਾਰ। ਅੰਮ੍ਰਿਤ ਵੇਲਾ ਅੰਮ੍ਰਿਤ ਭਰਿਆ, ਕਰ ਦਰਸ਼ ਪ੍ਰਭ ਗੁਰਮੁਖ ਵਿਰਲਾ ਕਲ ਜੁਗ ਹਰਿਆ। ਗੁਰਮੁਖ ਵਿਰਲੇ ਪ੍ਰਭ ਅਵਨਾਸ਼ੀ, ਦਾਰ ਕਰ ਆਏ ਵਿਰਲੇ ਵਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟੇ ਥਿਰ ਕਰਿਆ। ਥਿਰ ਕਰ ਵਾਸੀ ਥਿਰ ਕਰ ਵਾਸ, ਥਿਰ ਕਰ ਸੱਚਖੰਡ ਪ੍ਰਥਾਏ ਬਚਨ ਚੱਲਦਾ ਹੈ ਕਿ ਥਿਰ ਘਰ ਦਾ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਲੋਕ ਦੇ ਉੱਪਰ ਆ ਕੇ ਪ੍ਰਗਟਾਵਾ ਕੀਤਾ ਔਰ ਜੋਤ ਪ੍ਰਗਟ ਕੀਤੀ ਸਾਹਿਬਾਂ ਨੇ। ਥਿਰ ਕਰ ਵਾਸੀ ਥਿਰ ਕਰ ਵਾਸ, ਏਕਾ ਜੋਤ ਪ੍ਰਭ ਅਵਿਨਾਸ਼। ਸਰਬ ਕਟਾਂ ਸਰਬ ਕਟ ਮਾਤ, ਸਰਬ ਕਟ ਮਾਤ ਲੋਕ ਜੋਤ ਪ੍ਰਕਾਸ਼। ਪ੍ਰਗਟ ਹੋਏ ਪ੍ਰਭ ਅਵਨਾਸ਼ੇ, ਕਲ ਜੁਗ ਅੰਧੇਰ ਸਰਬ ਵਿਨਾਸ਼ੇ। ਨੇਹ ਕਲੰਕ ਜੋ ਸਰੂਪੀ ਕੀਏ ਵਾਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭਗਤ ਜਨਾ ਸਦ ਦਾਸਨ ਦਾਸੇ। ਭਗਤਾਂ ਦੀ ਲਿਖਤ ਹੁਣ ਚੱਲਣੀ ਹੈ ਅੱਗੇ। ਵੇਖੋ ਇੱਕ ਇੱਕ ਪੰਕਤੀ ਵਿਚਾਰਨ ਵਾਲੀ, ਇੰਨਾ ਸਮਾਂ ਨਹੀਂ ਕਿ ਵਿਚਾਰ ਹੁਣ ਕਰੀਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਮੈਂ ਭਗਤਾਂ ਦਾ ਸਦ ਦਾਸਨ ਦਾਸ। ਇਹ ਹੈ ਭਗਤਾਂ ਦੀ ਪ੍ਰੇਮ ਪ੍ਰੀਤੀ, ਜਿਸ ਕਰਕੇ ਆਪ ਭਗਵਾਨ ਨੂੰ ਦਾਸ ਰੂਪ ਹੋ ਕੇ ਔਰ ਭਗਤਾਂ ਦੀ ਸੇਵ ਕਮਾਉਣੀ ਪੈਂਦੀ ਹੈ। ਜਨ ਭਗਤੋ, ਤੁਹਾਨੂੰ ਭਗਤਾਂ ਦਾ ਮਾਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਦਿੱਤਾ ਹੈ ਔਰ ਇਸ ਮਾਣ ਨੂੰ ਆਪਾਂ ਜਿਹੜਾ ਹੈ ਸਮਝਣਾ ਹੈ, ਇਸ ਵਡਿਆਈ ਨੂੰ ਸਮਝਣਾ ਹੈ। ਆਪਾਂ ਇਸ ਵਡਿਆਈ ਨੂੰ ਦੇਣ ਪਰਤਾਏ ਉਹਨੇ ਬੜੀ ਵੱਡੀ ਖੇਲ ਕੀਤੀ ਹੈ, ਆਪਣਾ ਆਪ ਭਗਤਾਂ ਦੀ ਝੋਲੀ ਪਾ ਕੇ ਜੋ ਸਰੂਪ ਹੋ ਕੇ ਔਰ ਜਿਹੜੀ ਇਹ ਵਡਿਆਈ ਦਿੱਤੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾ ਸਦ ਦਾਸਨ ਦਾਸੇ। ਦਾਸਨ ਦਾਸ ਆਪ ਭਗਵਾਨ, ਵਾਸਨ ਵਾਸ ਸਰਬ ਜਹਾਨ। ਨਾਸਨ ਨਾਸ ਕਰੇ ਕਲ ਜੁਗ ਜੀਵ ਬੇਈਮਾਨ। ਇਹ ਵੀ ਪੰਕਤੀ ਵਿਚਾਰਨ ਵਾਲੀ ਹੈ ਕਿ ਜਿਹੜੇ ਕਲ ਜੁਗ ਜੀਵ ਬੇਈਮਾਨ ਹੈ, ਉਹਨਾਂ ਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਸਨ ਨਾਸ ਕਹਿ ਰਹੇ, ਮੈਂ ਕਰਨ ਵਾਲਾ। ਨਿਰਾਸਨ ਨਿਰਾਸ ਕਰੇ ਪ੍ਰਗਟ ਜੋਤ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੱਡ ਭਲੀ ਬਲਵਾਨ। ਵੱਡਾ ਪ੍ਰਭ ਭਲੀ ਬਲਵਾਨਾ, ਇਹ ਸਭ ਤੋਂ ਵੱਡੇ ਹਨ।
ਲਿਖਤ ਵਿੱਚ ਲੇਖ ਚੱਲਦਾ ਹੈ 24 ਗ੍ਰੰਥਾਂ ਦੇ ਵਿੱਚ ਇਹਨਾਂ ਨੇ ਦੱਸਿਆ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਹਰ ਸੰਗਤ ਜੀਓ ਕਿ ਸਭ ਤੋਂ ਵੱਡਾ ਆਪ ਮੈਂ ਮਹਾਰਾਜ ਸ਼ੇਰ ਸਿੰਘ ਆ, ਮੇਰੇ ਤੋਂ ਵੱਡਾ ਹੋਰ ਕੋਈ ਨਹੀਂ, ਔਰ ਬਾਕੀ ਸਭ ਮੇਰੇ ਹੁਕਮ ਦੇ ਵਿੱਚ ਹਨ। ਵੱਡਾ ਪ੍ਰਭ ਬਲੀ ਬਲਵਾਨਾ, ਜੋਤ ਪ੍ਰਗਟਾਵੇ ਕਨਈਆ ਕਾਨਾ, ਏਕਾ ਜੋਤ ਜਗਾਏ ਰਮਈਆ ਰਾਮਾ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਲੋਕ ਪਹਿਰਿਆ ਜਾਮਾ। ਇਹ ਮਾਤ ਲੋਕ ਹੈ ਜਿਸ ਦੇ ਉੱਪਰ ਆਪਾਂ ਬੈਠੇ ਹਾਂ, ਇਸ ਨੂੰ ਮਾਤ ਲੋਕ ਕਿਹਾ ਹੈ। ਇੱਥੇ ਜਾਮਾ ਧਾਰਨ ਪਰਥਾਏ ਬਚਨ ਆ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਲੋਕ ਪਹਿਰਿਆ ਜਾਮਾ। ਸਾਚਾ ਪ੍ਰਭ ਜਾਮਾ ਧਾਰੇ, 52 ਭੇਖ ਤਾਰ। ਸਾਚਾ ਪ੍ਰਭ ਜਾਮਾ ਧਾਰੇ, ਜਨ ਭਗਤ ਸੋਹਣ ਪ੍ਰਭ ਚਰਨ ਦੁਆਰੇ। ਸਾਚਾ ਮਾਣ ਦਵਾਏ ਜਿਉ ਤਰੂ ਦਰਬਾਰੇ। ਵੇਖੋ ਕਿੰਨਾ ਮਾਣ ਦੇ ਰਹੇ ਸੱਚੇ ਪਾਤਸ਼ਾਹ ਕਿ ਜਾਮਾ ਧਾਰਿਆ ਮਾਤ ਲੋਕ ਦੇ ਉੱਪਰ, ਭਗਤ ਜਨ ਦੁਆਰੇ ਦੇ ਵਿੱਚ ਸੋਭਾ ਪਾਉਂਦੇ ਆ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹਿ ਰਹੇ ਕਿ ਇਸ ਤਰ੍ਹਾਂ ਮਾਣ ਦੇ ਰਿਹਾ ਜਿੱਦਾਂ ਧਰੂ ਨੂੰ ਮਾਣ ਦਿੱਤਾ। ਧਰੂ ਭਗਤ ਹੋਏ ਔਰ ਸੱਚਖੰਡ ਦਾ ਦੁਆਰਾ ਮੱਲਿਆ ਭਗਤੀ ਕਰਕੇ। ਹੁਣ ਤੇ ਚਲੋ ਖੈਰ ਤਬਦੀਲੀ ਹੋ ਗਈ, ਲੇਖ ਲੰਮਾ ਹੈ, ਉਹਨੂੰ ਆਪਾਂ ਨਹੀਂ ਚੱਲਦੇ, ਅੱਗੇ ਬਾਣੀ ਪੜ੍ਹਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਲੋਕ ਪਹਿਰਿਆ ਜਾਮਾ। ਸਾਚਾ ਪ੍ਰਭ ਜਾਮਾ ਧਾਰੇ, ਜਨ ਭਗਤ ਸੋਹਣ ਪ੍ਰਭ ਚਰਨ ਦੁਆਰੇ। ਸਾਚਾ ਮਾਣ ਦਵਾਏ ਜਿਉ ਧਰੂ ਦਰਬਾਰੇ। ਪ੍ਰਹਿਲਾਦ ਮਾਨ ਰਖਾਇਆ, ਨਰ ਸਿੰਘ ਰੂਪ ਆਪ ਪ੍ਰਭ ਤਾਰੇ। ਇੱਥੇ ਬਚਨ ਕੀਤਾ ਕਿ ਸਤਜੁਗ ਦੇ ਵਿੱਚ ਪ੍ਰਹਿਲਾਦ ਭਗਤ ਦਾ ਵੀ ਮਾਨ ਆਪ ਰਖਾਇਆ ਔਰ ਨਰ ਸਿੰਘ ਅਵਤਾਰ ਧਾਰਨ ਕੀਤਾ ਭਗਤ ਦੀ ਲੱਜਿਆ ਰੱਖਣ ਵਾਸਤੇ। 52 ਭੇਖ ਧਾਰ, 4 ਵੇਦ ਮੁਖ ਪਾਠ ਉਚਾਰੇ। ਜਦ ਬਲ ਦੁਆਰੇ ਗਏ 52 ਰੂਪ ਧਾਰਨ ਕਰਕੇ ਤੇ 4 ਵੇਦ ਦਾ ਮੁਖ ਚੋਂ ਪਾਠ ਸੁਣਾਇਆ ਸੀ। ਚੱਕਰ ਸੁਦਰਸ਼ਨ ਬਾਣ ਮਾਰ, ਦਰਬਾਸ਼ਾ ਹੰਕਾਰ ਨਿਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਗੋ ਜੁਗ ਜਾਮਾ ਮਾਤ ਲੋਕ ਵਿੱਚ ਧਾਰੇ। ਇੱਥੇ ਕਿਤੇ ਨਾ ਕਿਤੇ ਉਹ ਕਥਨੀ ਜਿਹੜੀ ਆ ਨਹੀਂ ਸਹੀ ਹੋ ਰਹੀ ਕਿ ਹੁਣ 994 ਯੁੱਗ ਚੌਂਕੜੀ ਬਾਅਦ ਉਹਨੇ ਆਉਣਾ ਹੈ। ਹੁਣ 994 ਯੁੱਗ ਚੌਂਕੜੀ ਬਾਅਦ ਅਕਾਲ ਪੁਰਖ ਦਾ ਆਉਣਾ ਹੋਣਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੇ ਪਾਤਸ਼ਾਹ ਸਾਨੂੰ ਦੱਸ ਰਿਹਾ ਕਿ ਮੈਂ ਤੇ ਜੁਗੋ ਜੁਗ ਜਾਮਾ ਧਾਰਦਾ ਹਾਂ ਔਰ ਖੇਲ ਕਰਦਾ ਹਾਂ ਮਾਤ ਲੋਕ ਦੇ ਉੱਪਰ ਆ ਕੇ। ਵਿਚਾਰੀ ਜਾਇਓ ਸਾਰੇ ਮੇਰੇ ਭੈਣ ਭਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਿਆਦਾ ਸੰਮਤ ਨਹੀਂ ਹੋ ਰਹੇ ਜੀ? ਹਾਂਜੀ ਹਰ ਸੰਤ ਜੀ, ਟਾਈਮ ਥੋੜਾ ਲੱਗਣਾ, ਪੜ੍ਹ ਲਈਏ ਕਿ ਸਮਾਪਤੀ ਕਰੀਏ? ਜੇ ਥੋੜਾ ਸਮਾਂ ਲਾ ਲਈਏ ਤੇ ਨਿਰਣਾ ਹੋਊਗਾ, ਕਿਉਂਕਿ ਜਿਹੜੇ ਭਰਮ ਭੁਲੇਖੇ ਕਾਫੀ ਆ। ਇਹ ਸਟੇਜ ਆ ਸੱਚੇ, ਵੈਸੇ ਚਰਨ ਕਵਲਾਂ ਦੇ ਵਿੱਚ ਹੀ ਉਪਾਧੀ ਹੈ, ਕੋਈ ਸਟੇਜ ਦਾ ਇੱਥੇ ਮਹੱਤਵ ਤੇ ਹੈ ਨਹੀਂ, ਨਾ ਕੋਈ ਸਟੇਜ ਦਾ ਤੇ ਨਾ ਸਟੇਜ ਸੈਕਟਰੀ ਦਾ, ਇਹ ਤੇ ਲਿਖਤੀ ਕੋਈ ਨਹੀਂ ਹੈਗਾ। ਅੱਛਾ, ਮੈਂ ਜਿਹੜਾ ਬਚਨ ਸਾਂਝਾ ਕਰਨ ਲੱਗਾ, ਇਹ ਬੜੇ ਭਰਮ ਭੁਲੇਖੇ ਨੇ ਸਿੱਖੀ ਸੇਵਕੀ ਦੇ ਵਿੱਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਨਾਮ ਦੇ ਉੱਪਰ ਜਿਹੜੇ ਪਾਏ ਜਾ ਰਹੇ, ਜਕਾਰੇ ਤੇ ਪਾਏ ਜਾ ਰਹੇ ਆ, ਇਹਨਾਂ ਦੇ ਉੱਪਰ ਪਾਏ ਜਾ ਰਹੇ, ਇਹਨਾਂ ਦੇ ਨਾਮ ਦੇ ਉੱਪਰ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਉਹ ਮਨਮੱਤ ਦਾ ਜਿਹੜਾ ਪਸਾਰ ਹੈ ਉਹ ਖਤਮ ਹੋ ਜਾਂਦਾ ਹੈ, ਉਹ ਨਾਸ ਹੋ ਜਾਂਦਾ। ਸੋ ਆਪਾਂ ਬਾਣੀ ਪੜ੍ਹਨੀ ਹੈ, ਇਹਦਾ ਨਿਰਣਾ ਹੋ ਜਾਣਾ ਹੈ। 2 ਪੇਜ ਹਨ ਹੋਰ, ਔਰ 2 ਪੇਜ ਆਪਾਂ ਜਦ ਪੜਾਂਗੇ ਤੇ ਅੰਤਮ ਸਾਨੂੰ ਪਤਾ ਲੱਗ ਜਾਣਾ, ਜਿੱਥੇ ਮੈਂ ਸਮਾਪਤੀ ਕਰਨੀ ਹੈ, ਖੇਲ ਕਿਸ ਨੇ ਕੀਤੀ, ਕਿਹਦੀ ਹੋਈ, ਸਾਰਾ ਚਾਨਣ ਹੋ ਜਾਣਾ ਇਹਦੇ ਵਿੱਚ। ਸੋ ਆਪਾਂ ਥੋੜਾ ਟਾਈਮ ਲਾ ਲਈਏ, ਲਾਉਣਾ ਪੈਣਾ ਹੈ ਟਾਈਮ, ਮਜਬੂਰੀ ਹੈ ਆਪਣੀ ਕਿ ਸਮਾਂ ਲਾਉਣਾ ਪੈਣਾ ਹੈ ਆਪਾਂ ਨੂੰ।
मैं थोड़ी लिखत छेती पढ़ दूँ। महाराज शेर सिंह विष्णु भगवान जुगो जुग जामा मात लोक विच तारे साचा प्रभ वक्त सहाये मात लोक प्रभ जोत जगाए जन भगत प्रभ दर ले आए अवतार नर दया कमाए। नेकलंक नारायण नर अवतार मात लोक ते आए हैं और दया कमा के सारी खेल कर रहे हैं। भंडारे पर प्रभ सेवा लाए आत्म दर प्रभ दे खुलाए अमृतसर प्रभ चिरना दे चिराए शरण पर गुर सिख तर जाए शरण पर गुर सिख तर जाए जनक भगत तीन लोक वडियाए। त्रेते युग ਦੇ ਵਿੱਚ ਜਨਕ ਭਗਤ ਹੋਏ ਉਹਨਾਂ ਦੀ ਵਡਿਆਈ ਬਾਰੇ ਦੱਸ ਰਹੇ ਕਿ ਤਿੰਨਾਂ ਲੋਕਾਂ ਦੇ ਵਿੱਚ ਵਡਿਆਈ ਦਿੱਤੀ ਹੈ ਉਸ ਨਾਮ ਨੂੰ। ਰਾਣੀ ਤਾਰਾ ਤਾਰ ਸਾਧ ਸੰਗਤ ਪ੍ਰਭ ਮਾਨ ਦਵਾਏ। ਹੁਣ ਲੱਗਦਾ ਨਹੀਂ ਕਿ ਆਪਾਂ ਨੂੰ ਪਤਾ ਹੋਵੇ ਕਿ ਜਿਆਦਾ ਸਿੱਖਾਂ ਨੂੰ ਪਤਾ ਨਹੀਂ ਹੋਣਾ ਕਿ ਰਾਣੀ ਤਾਰਾ ਦਾ ਕੀ ਲੇਖ ਸੀ। ਮੈਂ ਥੋੜਾ ਜਿਹਾ ਛੋਟੇ ਸ਼ਬਦਾਂ 'ਚ ਦੱਸ ਦਿੰਦਾ, ਫਿਰ ਹੀ ਸਾਨੂੰ ਪਤਾ ਲੱਗਦਾ ਕਿ ਲਿਖਤ ਕੀ ਕਹਿ ਰਹੀ ਹੈ। ਰਾਣੀ ਤਾਰਾ ਨੂੰ ਭਗਤਨੀ ਦਾ ਮਾਣ ਹੈ। ਅੰਮ੍ਰਿਤ ਵੇਲੇ ਉੱਠ ਕੇ ਔਰ ਸਤ ਸੰਗੀਆਂ ਦੇ ਨਾਲ ਸਤਸੰਗ ਕਰਨ ਵਾਸਤੇ ਇਉਂ ਕਹਿ ਲਓ ਕਿ ਮੰਦਿਰ ਦੇ ਵਿੱਚ ਕਹਿ ਲਓ ਰਾਣੀ ਤਾਰਾ ਜਾਂਦੀ ਸੀ ਔਰ ਰਾਜੇ ਨੂੰ ਸ਼ੱਕ ਹੋ ਗਿਆ ਕਿ ਮੇਰੀ ਰਾਣੀ ਜਿਹੜੀ ਆ ਉਹ ਕਿੱਥੇ ਜਾਂਦੀ ਹੈ, ਮੈਂ ਪਤਾ ਕਰਾਂ। ਜਦ ਸ਼ੱਕ ਹੋ ਗਿਆ ਤੇ ਰਾਜੇ ਨੇ ਸੋਚਿਆ ਕਿਉਂ ਨਾ ਹੋਵੇ ਇਹਦੀ ਮੈਂ ਖੜਾਂ ਚੁੱਕ ਲਿਆਵਾਂ, ਮੈਨੂੰ ਦੱਸੇ ਬਿਨਾਂ ਜਾਂਦੀ ਹੈ ਤੇ ਮੈਂ ਪੁੱਛੂੰਗਾ ਕਿ ਕਿੱਥੇ ਗਈ ਹਾਂ, ਖੜਾਂ ਇਹਦੀ ਲਗਾ ਲੈਣਾ। ਇਦਾਂ ਹੀ ਕੀਤਾ ਜਦ ਰਾਣੀ ਗਈ ਔਰ ਅੰਦਰ ਸਤਸੰਗ ਚੱਲ ਰਿਹਾ ਸੀ, ਆਪਣੀ ਭਗਤੀ 'ਚ ਮਗਨ, ਪਰਮੇਸ਼ਰ ਦੇ ਨਾਲ ਜੁੜੀ ਲੇਵ ਲੱਗੀ, ਸੰਗਤ ਦੇ ਸੰਗ ਭਜਨ ਬੰਦਗੀ ਚੱਲ ਰਹੀ। ਰਾਜਾ ਗਿਆ ਭੇਸ ਬਦਲ ਕੇ ਉੱਥੋਂ ਇੱਕ ਖੜਾਂ ਚੁੱਕ ਲਈ, ਲਗਾ ਲਈ। ਜਦ ਖੜਾਂ ਗਾਇਬ ਹੋ ਗਈ ਉੱਥੋਂ, ਸਤਸੰਗ ਖਤਮ ਹੋਇਆ, ਵੇਖਿਆ, ਫਿਰ ਰਾਣੀ ਨੂੰ ਡਰ ਪਿਆ ਕਿ ਰਾਜੇ ਨੂੰ ਪਤਾ ਲੱਗ ਜਾਣਾ ਔਰ ਮੇਰੀ ਪੇਸ਼ੀ ਹੋ ਜਾਣੀ ਆ ਤੇ ਹੁਣ ਸਾਧ ਸੰਗਤ ਪ੍ਰਭੂ ਅੱਗੇ, ਭਗਵਾਨ ਅੱਗੇ ਬੇਨਤੀ ਕਰੋ ਕਿ ਮੈਨੂੰ ਮੇਰੀ ਖੜਾਂ ਲੱਭ ਜਾਵੇ ਔਰ ਮੇਰੀ ਪੱਤ ਰਹਿ ਜਾਵੇ। ਫਿਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਰਹੇ ਕਿ ਰਾਣੀ ਤਾਰਾ ਵਾਸਤੇ ਉੱਥੇ ਖੜਾਂ ਪੈਦਾ ਕੀਤੀ, 2 ਪੂਰੇ ਕੀਤੇ। ਖੜਾਂ 2 ਖੜਾਵਾਂ ਹੁੰਦੀਆਂ, ਪੂਰੀਆਂ ਕੀਤੀਆਂ ਔਰ ਇਦਾਂ ਉਹਦੀ ਭਗਤਨੀ ਦੀ ਪੱਤ ਰੱਖੀ। ਲੇਖ ਬੜੇ ਲੰਮੇ ਆ, ਇੰਨਾ ਸਮਾਂ ਨਹੀਂ ਹੈਗਾ ਤੇ ਮੈਂ ਚਲੋ ਬਾਣੀ ਅੱਗੇ ਪੜ੍ਹੀ ਜਾਂਦਾ ਕਿ ਜੁਗੋ ਜੁਗ ਭਗਤਾਂ ਦੀ ਪੈਜ ਰੱਖੀ ਆ, ਬੇਮੁਖਾਂ ਦੀ ਨਹੀਂ, ਹੰਕਾਰੀਆਂ ਦੀ ਨਹੀਂ, ਦੁਸ਼ਟਾਂ ਦੀ ਨਹੀਂ। ਔਰ ਜਿਹੜਾ ਆਤਮ ਦੇ ਵਿੱਚ ਹੰਕਾਰ ਰੱਖਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾਂ ਨੂੰ ਆਪਣੇ ਦਰ ਘਰ ਤੋਂ ਦਰਕਾਰ ਦਿੰਦੇ ਹਰ ਸੰਗਤ ਜੀਓ। ਇਹ ਕੇਵਲ ਭਗਤਾਂ ਦਾ ਹੀ ਸੰਗ ਕਰਦੇ ਹਨ ਔਰ ਭਗਤ ਹੀ ਇਹਨਾਂ ਦਾ ਸੰਗ ਕਰ ਸਕਦੇ ਹਨ। ਦੂਸਰਾ ਕੋਈ ਇਹਨਾਂ ਦਾ ਸੰਗ ਨਹੀਂ ਕਰ ਸਕਦਾ, ਨਾ ਇਹਨਾਂ ਦੀ ਮਹਿਮਾ ਗਾ ਸਕਦਾ ਬਿਨ ਭਗਤਾਂ। ਆਓ ਅੱਗੇ ਲਿਖਤ ਪੜ੍ਹਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੁਗੋ ਜੁਗ ਜਾਮਾ ਮਾਤ ਲੋਕ ਵਿੱਚ ਤਾਰੇ ਸਾਚਾ ਪ੍ਰਭ ਵਕਤ ਸਹਾਏ ਮਾਤ ਲੋਕ ਪ੍ਰਭ ਜੋਤ ਜਗਾਏ ਜਨ ਭਗਤ ਪ੍ਰਭ ਦਰ ਲਿਆਏ ਅਵਤਾਰ ਨਰ ਦਇਆ ਕਮਾਏ ਭੰਡਾਰੇ ਪਰ ਪ੍ਰਭ ਸੇਵਾ ਲਾਏ ਆਤਮ ਦਰ ਪ੍ਰਭ ਦੇ ਖੁਲਾਏ ਅੰਮ੍ਰਿਤਸਰ ਪ੍ਰਭ ਚਿਰਨਾ ਦੇ ਚਿਰਾਏ ਸ਼ਰਨ ਪਰ ਗੁਰ ਸਿੱਖ ਤਰ ਜਾਏ ਜਨਕ ਭਗਤ ਤੀਨ ਲੋਕ ਵਡਿਆਏ ਰਾਣੀ ਤਾਰਾ ਤਾਰ ਸਾਧ ਸੰਗਤ ਪ੍ਰਭ ਮਾਨ ਦਵਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਆਪ ਸਹਾਏ। ਉੱਥੇ ਵੀ ਤੇ ਆਪ ਸਹਾਈ ਹੋਇਆ ਤੇ ਹੁਣ ਇੱਥੇ ਵੀ ਸਾਡਾ ਆਪ ਹੀ ਸਹਾਈ ਹੋਇਆ। ਹਰ ਸੰਗਤ ਜੀਓ ਵਿਚਾਰੀ ਜਾਇਓ, ਲਿਖਤ ਨਾਲ ਲਿਖਤ ਅੱਗੇ ਜੁੜਦੀ ਜਾਣੀ ਹੈ। ਗੁਰਮੁਖਾਂ ਦੇਵੇ ਪ੍ਰਭ ਚਰਨ ਪਿਆਰ, ਇਹ ਵੀ ਬਖਸ਼ਿਸ਼ ਤੇ ਕੇਵਲ ਗੁਰਮੁਖਾਂ ਵਾਸਤੇ ਆ, ਚਰਨ ਪ੍ਰੀਤੀ, ਹੋਰ ਕਿਸੇ ਵਾਸਤੇ ਨਹੀਂ। ਵਾਰ-ਵਾਰ ਸਾਨੂੰ ਜਿਹੜਾ ਬਾਣੀ ਦੇ ਨਾਲ ਜਿਹੜਾ ਆ ਸੱਚੇ ਪਾਤਸ਼ਾਹ ਸਮਝਾ ਰਹੇ ਹਨ। ਗੁਰਮੁਖਾਂ ਦੇਵੇ ਪ੍ਰਭ ਚਰਨ ਪਿਆਰ, ਜੋਤ ਜਗਾਏ ਪ੍ਰਭ ਅਗੰਮ ਅਪਾਰ, ਵਸੇ ਵਿੱਚ ਆਪ ਨਿਰੰਕਾਰ,
ਏਕਾ ਜੋਤ ਆਪ ਪਸਾਰ, ਜੁਗੋ ਜੁਗ ਆਏ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕ੍ਰਿਸ਼ਨ ਮੁਰਾਰ। ਕ੍ਰਿਸ਼ਨ ਭਗਵਾਨ ਦੇ ਜਾਮੇ ਪਰਥਾਏ ਵੀ ਦੱਸ ਦਿੱਤਾ ਕਿ ਜੋਤ ਚੋਂ ਜੋਤ ਭੇਜੀ ਸੀ, ਜੋਤ ਸਰੂਪੀ ਕ੍ਰਿਸ਼ਨ ਮੁਰਾਰ ਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਹੁਣ ਅੱਗੇ ਖੇਲ ਕੀ ਕੀਤੀ ਉਹ ਵੀ ਜਰਾ ਆਪਾਂ ਸਮਝਣਾ ਹੈ। ਸਾਚਾ ਪ੍ਰਭ ਕ੍ਰਿਸ਼ਨ ਮੁਰਾਰੀ, ਭਗਤ ਜਨਾ ਪ੍ਰਭ ਪਾਰ ਉਤਾਰੀ। ਦਰਯੋਧਨ ਗਵਾਏ ਮਾਨ, ਝੁੱਗੀ ਬਿਦਰ ਜਾਏ ਪੈ ਸਵਾਰੀ। ਇੱਥੇ ਫਿਰ ਰੁਕਾਂਗਾ ਕਿ ਉਦੋਂ ਵੀ ਤੇ ਮਾਨ ਹੰਕਾਰ ਵਾਲੇ ਸੀ, ਵੱਡ ਹੰਕਾਰੀ ਦੁਰਯੋਧਨ ਰਾਜਾ ਮਾਨ ਕਰਦਾ ਸੀ, ਔਰ ਉਹਦਾ ਭੋਜਨ ਠੁਕਰਾ ਕੇ ਕ੍ਰਿਸ਼ਨ ਭਗਵਾਨ ਝੁੱਗੀ ਬਿਦਰਦੀ ਵਿੱਚ ਜਾ ਕੇ ਭੋਗ ਲਾਇਆ ਲੂਣੇ ਸਾਗ ਨੂੰ। ਹਰ ਸੰਗਤ ਜੀਓ, ਜੁਗੋ ਜੁਗ ਕੇਵਲ ਭਗਤਾਂ ਦੀ ਪੈਜ ਰੱਖੀ ਹੈ, ਹੰਕਾਰੀਆਂ ਦੁਸ਼ਟਾਂ ਦਾ ਨਾਸ ਕੀਤਾ ਹੈ। ਜੇ ਹੁਣ ਵੀ ਕੋਈ ਇਹ ਕਰਮ ਕਰੇਗਾ ਔਰ ਉਹਦਾ ਵੀ ਨਾਸ ਹੋ ਜਾਣਾ ਹੈ, ਅਵਸ਼ ਹੈ। ਭਗਤਾਂ ਨੂੰ ਹੀ ਵਡਿਆਈ ਮਿਲਣੀ ਹੈ, ਭਗਤਾਂ ਦੇ ਸਿਰ ਤੇ ਹੱਥ ਰੱਖਿਆ ਹੈ ਤੇ ਰੱਖਣਾ ਹੈ ਪਾਤਸ਼ਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਰੂਪੀ ਕ੍ਰਿਸ਼ਨ ਮੁਰਾਰ। ਸਾਚਾ ਪ੍ਰਭ ਕ੍ਰਿਸ਼ਨ ਮੁਰਾਰੀ, ਭਗਤ ਜਨਾ ਪ੍ਰਭ ਪਾਰ ਉਤਾਰੀ। ਦਰਯੋਧਨ ਗਵਾਏ ਮਾਨ, ਝੁੱਗੀ ਬਿਦਰ ਜਾਏ ਪੈਜ ਸਵਾਰੀ। ਸੁਦਾਮੇ ਦੇਵੇ ਮਾਨ, ਚਰਨੀ ਡਿੱਗੇ ਆਪ ਮੁਰਾਰੀ। ਇਹ ਵੀ ਤੇ ਸਮਝਣ ਯੋਗ ਹੈ ਪੰਕਤੀ। ਇਹ ਭਗਤ ਸਦਾਮੇ ਦੇ ਆਪ ਚਰਨਾਂ ਨੂੰ ਧੋਤਾ ਸੀ ਕ੍ਰਿਸ਼ਨ ਭਗਵਾਨ ਨੇ, ਮਾਣ ਦਿੱਤਾ ਸੀ ਭਗਤ ਨੂੰ, ਤਖਤ ਤੇ ਭਾਇਆ ਆਪਣੇ ਤੇ, ਜਦ ਕ੍ਰਿਸ਼ਨ ਭਗਵਾਨ ਦੇ ਦੁਆਰੇ ਤੇ ਮੰਗਣ ਗਏ ਕਿ ਮੇਰੀ ਮਦਦ ਕਰ। ਬੜੇ ਲੇਖ ਲੰਮੇ ਆ, ਮੈਂ ਥੋੜਾ ਥੋੜਾ ਬਚਨ ਸਾਂਝਾ ਕਰਦਾ ਆਪ ਜੀ ਨਾਲ। ਹਰ ਯੁੱਗ ਦੇ ਵਿੱਚ ਪੈਜ ਰੱਖੀ ਹੈ ਭਗਤਾਂ ਦੀ ਭਗਵਾਨ ਨੇ। ਸਦਾਮੇ ਦੇਵੇ ਮਾਨ, ਚਰਨੀ ਡਿੱਗੇ ਆਪ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਪ੍ਰਭ ਬਨਵਾਰੀ। ਕਿਰਪਾ ਕਰੇ ਆਪ ਬਨਵਾਰਿਆ, ਆਏ ਚਰਨ ਪ੍ਰਭ ਨਿਮਸ਼ਕਾਰਿਆ। ਦੇਵੇ ਮਾਨ ਜਗਤ ਪਾਰਿਆ। ਜਿਹੜਾ ਚਰਨ ਕਵਲਾਂ ਦੇ ਵਿੱਚ ਆ ਕੇ ਨਿਮਸ਼ਕਾਰ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਹਨੂੰ ਹੀ ਮਾਣ ਦਿੰਦੇ ਹਨ, ਅਪਾਰ ਮਾਣ ਦਿੰਦੇ ਹਨ। ਸੱਚੇ ਪਾਤਸ਼ਾਹ ਕਹਿ ਰਹੇ ਇਸ ਜਗਤ ਦੇ ਉੱਪਰ। ਔਰ ਅੱਗੇ ਆਪਾਂ ਪੜ੍ਹਦੇ ਹਾਂ ਜਰਾ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨ ਰਖਾਏ ਵਿੱਚ ਸੰਸਾਰਿਆ। ਸਾਚਾ ਪ੍ਰਭ ਸੱਚ ਦੁਆਰਾ, ਲੇਖ ਲਿਖਾਏ ਪ੍ਰਭ ਅਪਰਿਪਾਰਾ। ਨਾਮਦੇਵ ਪ੍ਰਭ ਸਾਚੇ ਤਾਰਾ, ਨਾਮਦੇਵ ਪ੍ਰਭ ਸਾਚੇ ਤਾਰਾ। ਲੇਖ ਲਿਖਾਏ ਲੇਖੇ, ਵਰਤੇ ਵਰਤਾਏ ਕਰਾਏ ਸਾਚੀ ਕਾਰਾ। ਭਗਤ ਨਾਮਦੇਵ ਨੂੰ ਵੀ ਤਾਰਿਆ, ਦੁੱਧ ਨੂੰ ਭੋਗ ਲਾਇਆ, ਬਿਠਲ ਰੂਪ ਹੋ ਕੇ ਮੂਰਤੀ ਚੋਂ ਪ੍ਰਗਟ ਹੋ ਗਏ ਵਿਸ਼ਨੂੰ ਭਗਵਾਨ। ਔਰ ਭਗਤ ਨਾਮਦੇਵ ਦੀ ਛਪਰੀ ਵੀ ਬੰਨੀ। ਇਹ ਮਾਣ ਦਿੱਤਾ ਭਗਤਾਂ ਨੂੰ ਜੁਗੋ ਜੁਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨ ਰਖਾਏ ਵਿੱਚ ਸੰਸਾਰਿਆ। ਸਾਚਾ ਪ੍ਰਭ ਸੱਚ ਦੁਆਰਾ, ਲੇਖ ਲਿਖਾਏ ਪ੍ਰਭ ਅਪਰਿਪਾਰਾ। ਨਾਮਦੇਵ ਪ੍ਰਭ ਸਾਚੇ ਤਾਰਾ, ਲੇਖ ਲਿਖਾਏ ਲੇਖੇ, ਵਰਤੇ ਵਰਤਾਏ ਕਰਾਏ ਸਾਚੀ ਕਾਰਾ। ਹੁਣ ਇੱਥੇ ਸਮਝਣਾ ਹੈ ਕਿ ਇੱਕ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਵ ਖੇਲ ਕਰਨ ਵਾਲੇ ਹਨ, ਜਿਨ੍ਹਾਂ ਦਾ ਇਸ਼ਟ ਹੈ, ਜੋ ਮਾਲਕ ਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਰੂਪ। ਅੱਗੇ ਆਪਾਂ ਪੜਾਂਗੇ ਤੇ ਸਾਨੂੰ ਹੋਰ ਸਮਝ ਪਵੇਗੀ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਲੋਕ ਆਵੇ ਜਾਵੇ ਵਾਰੋ ਵਾਰਾ। ਇੱਕ ਹੀ ਜੋਤ ਦਾ ਆਉਣਾ ਜਾਣਾ ਹੈ, ਮਾਤ ਲੋਕ ਤੇ ਵਾਰੋ ਵਾਰ, ਸਾਨੂੰ ਸਾਹਿਬ ਦੱਸ ਰਹੇ ਨੇ। ਜੈ ਦੇਵ ਪ੍ਰਭ ਤਾਤਰਾਇਆ, ਜੈ ਦੇਵ ਪ੍ਰਭ ਤਰਾਇਆ। ਸਾਚਾ ਲੇਖ ਪ੍ਰਭ ਆਪ ਲਿਖਾਇਆ। ਮੈਂ ਥੋੜਾ ਜਿਹਾ ਰੱਖੂੰਗਾ, ਇਹ ਵੀ ਲੇਖ ਬੜਾ ਵੱਡਾ ਹੈ। ਜੈ ਦੇਵ ਤੋਂ ਵੀ ਗ੍ਰੰਥ ਪੂਰਾ ਨਹੀਂ ਸੀ ਹੁੰਦਾ। ਅਗਲੇ ਸਵੇਰੇ ਰਾਜੇ ਦੇ ਦਰਬਾਰ ਵਿੱਚ ਜਾਣਾ ਸੀ, ਗ੍ਰੰਥ ਦੀਆਂ ਪੰਕਤੀਆਂ ਜਿਹੜੀਆਂ ਸੀ ਪੂਰੀਆਂ ਨਹੀਂ ਹੋ ਰਹੀਆਂ, ਤੇ ਜੈ ਦੇਵ ਦਾ ਰੂਪ ਧਾਰਨ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਤ ਦੀ ਪੈਜ ਰੱਖੀ
ਗ੍ਰੰਥ ਪੂਰਾ ਕਰ ਆਏ। ਜੈਦੇਵ ਨੂੰ ਜਦ ਪਤਾ ਲੱਗਾ ਕਿ ਪੰਕਤੀਆਂ ਕਿਹਨੇ ਲਿਖੀਆਂ ਹਨ, ਮੈਂ ਤੇ ਲਿਖੀਆਂ ਨਹੀਂ, ਪੜਤਾਲ ਕੀਤੀ ਤੇ ਫਿਰ ਪਤਾ ਲੱਗਾ ਮੇਰੀ ਪੱਤ ਰੱਖ ਲਈ ਭਗਵਾਨ ਨੇ, ਮੇਰੀ ਥਾਂ ਤੇ ਆ ਕੇ ਗ੍ਰੰਥ ਪੂਰਾ ਕਰ ਦਿੱਤਾ। ਮੈਂ ਰਾਜੇ ਦੇ ਦਰਬਾਰ ਸਵੇਰੇ ਪੇਸ਼ ਹੋਣਾ ਸੀ, ਮੇਰੇ ਤੋਂ ਗ੍ਰੰਥ ਪੂਰਾ ਨਹੀਂ ਹੋ ਰਿਹਾ। ਸੋ ਬੜੇ ਬੜੇ ਵੱਡੇ ਲੇਖ ਹੈ, ਇੰਨਾ ਸਮਾਂ ਹੀ ਨਹੀਂ ਕਿ ਆਪਾਂ ਬਚਨ ਕਰ ਸਕੀਏ ਸਾਂਝੇ। ਜੈ ਦੇਵ ਪ੍ਰਭ ਤਰਾਇਆ, ਸਾਚਾ ਲੇਖ ਪ੍ਰਭ ਆਪ ਲਿਖਾਇਆ, ਨਾਮ ਦੇਵ ਮਾਨ ਦਵਾਇਆ, ਪ੍ਰਗਟ ਜੋਤ ਦਰ ਕਰ ਆਏ, ਪ੍ਰਭ ਭੋਗ ਲਗਾਇਆ। ਨਾਮੇ ਦੇ ਦੁੱਧ ਪ੍ਰਥਾਏ ਜਿਹੜੀ ਲਿਖਤ ਚੱਲਦੀ, ਉਹ ਭੋਗ ਲਾਉਣ ਪ੍ਰਥਾਏ ਵੀ ਲਿਖਤ ਆ ਗਈ ਕਿ ਭਗਤ ਨਾਮਦੇਵ ਦੇ ਦੁੱਧ ਨੂੰ ਭੋਗ ਲਾਇਆ ਔਰ ਮਾਣ ਦਿੱਤਾ। ਮਾਣ ਮਿਲ ਗਿਆ ਸੀ ਉਸ ਵੇਲੇ ਨਾਮਦੇਵ ਭਗਤ ਨੂੰ ਛੋਟੀ ਆਜੂ ਦੇ ਵਿੱਚ, ਔਰ ਜੈ ਜੈਕਾਰ ਹੋ ਗਈ ਸੀ ਕਿ ਇਸ ਭਗਤ ਦਾ ਵਿਸ਼ਨੂੰ ਭਗਵਾਨ ਨੇ ਜਿਹੜਾ ਹੈ ਦੁੱਧ ਪੀ ਲਿਆ। ਉਹ ਬੜੇ ਬੜੇ ਵੱਡੇ ਦੇਖਿਆ ਹਰ ਸੰਗਤ ਜੀਓ। ਵੱਡ 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 ਪ੍ਰਭ ਸਿਰ ਛਤਰ ਚੁਲਾਇਆ, ਆਪ ਦੇਹੋਰਾ ਫੇਰਿਆ, ਆਪ ਦੇਹੋਰਾ ਫੇਰਿਆ, ਸਰਬ ਜੀਆਂ ਦਾ ਮਾਣ ਗਵਾਇਆ। ਜੋ ਸਰੂਪੀ ਜੋਤ ਪ੍ਰਭ ਜੁਗੋ ਜੁਗ ਜਗਤ ਹਿੱਤ, ਵਿੱਚ ਮਾਤ ਦੇ ਆਇਆ। ਇਸ ਜਗਤ ਦੇ ਹਿੱਤ ਵਾਸਤੇ, ਤਾਰਨ ਵਾਸਤੇ ਮਾਤ ਲੋਕ ਤੇ ਜੁਗੋ ਜੁਗ ਜੋ ਸਰੂਪੀ ਜੋਤ ਮਹਾਰਾਜ ਸ਼ੇਰ ਸਿੰਘ ਆਏ ਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਜਾਮਾ, ਅੰਤਮ ਅੰਤ ਕਲ ਜਾਮਾ, ਮਾਤ ਲੋਕ ਵਿੱਚ ਪਾਇਆ। ਮਾਤ ਲੋਕ ਪ੍ਰਭ ਜਾਮਾ ਤਰਿਆ, ਸ਼ਰਨ ਲਾਗ ਗੁਰਮੁਖ ਵਿਰਲਾ ਤਰਿਆ। ਜੋ ਜਾਮਾ ਹੈ ਮਾਤ ਲੋਕ ਤੇ ਕਣਕਪੁਰੀ ਦੀ ਧਰਤੀ ਦੇ ਵਿੱਚ ਪਿੰਡ ਕਮਿੰਟ ਵਿੱਚ ਧਰਿਆ ਹੈ, ਤੇ ਮਹਾਰਾਜ ਜੀ ਕਹ ਰਹੇ ਵਿਰਲਾ ਗੁਰਮੁਖ ਮੇਰੇ ਚਰਨੀ ਲੱਗ ਕੇ ਤਰਿਆ। ਮਾਤ ਲੋਕ ਤੇ ਜਾਮਾ ਧਰਿਆ, ਮਾਤ ਲੋਕ ਤੇ ਪ੍ਰਗਟ ਹੋਇਆ ਕਣਕਪੁਰੀ ਜੀ ਦੇ ਕਰਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤ ਲੋਕ ਵਿੱਚ ਤਰਿਆ, ਮਾਤ ਲੋਕ ਪ੍ਰਭ ਜਾਮਾ ਪਾਏ, ਓੰਕਾਰ ਜੋਤ ਜਗਾਏ। ਇੱਥੇ ਵੀ ਜੋ ਸਰੂਪ ਬਚਨਾ ਸੱਚੇ ਪਾਤਸ਼ਾਹ ਕਿਹਾ ਕਿ ਓੰਗ ਮੈਂ ਆਪ ਆ, ਓੰਕਾਰ ਮੈਂ ਆਪ ਆ, ਸੋਹੰਗ ਮੇਰਾ ਨਾਮ ਆ। ਦੋਵੇਂ ਸਰੂਪ ਸੱਚੇ ਪਾਤਸ਼ਾਹ ਦੇ ਆ, ਸੋਹੰਗ ਤੇ ਓੰਗ ਆਪੇ ਹੀ ਮਹਾਰਾਜ ਸ਼ੇਰ ਸਿੰਘ ਨੇ ਓੰਕਾਰ ਹੋ ਕੇ ਸਾਰੀ ਇਸ ਸ੍ਰਿਸ਼ਟੀ ਦੀ, ਸਾਰੀ ਜਗਤ ਦੀ, ਕੁੱਲ ਜਹਾਨਾਂ ਦੀ ਰਚਨਾ ਰਚੀ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ। ਓੰਕਾਰ ਜੋਤ ਜਗਾਏ, ਉਹੋ ਹੀ ਓੰਕਾਰ ਨੇ ਸੰਸਾਰ ਤੇ ਆ ਕੇ ਜੋਤ ਜਗਾਈ। ਸਭ ਦੇ ਮਾਲਕ, ਸਭ ਦੇ ਪ੍ਰਤਪਾਲਕ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਨੇ। ਵਿੱਚ ਸੰਸਾਰ ਹੋਏ ਰੁਸ਼ਨਾਏ, ਅੰਧ ਅੰਧਿਆਰ ਸਰਬ ਮਿਟ ਜਾਏ, ਦਰ ਦਰਬਾਰ ਕਰੋੜ 33 ਰਖਾਏ। ਨਰ ਅਵਤਾਰ ਚੌਥੇ ਯੁਗ ਜਾਮਾ, ਵਿੱਚ ਮਾਤ ਦੇ ਪਾਏ। ਆਪਾਂ ਸ਼ਬਦ ਬੜੀ ਵਾਰ ਪੜਿਆ ਕਿ ਜਦ ਸਾਹਿਬ ਆਏ ਹੀ ਮਾਤ ਲੋਕ ਦੇ ਉੱਪਰ ਕਣਕਪੁਰੀ ਦੀ ਧਰਤੀ ਤੇ ਪ੍ਰਗਟਾਵਾ ਕੀਤਾ, 33 ਕਰੋੜ ਦੇਵੀ ਦੇਵਤਿਆਂ ਵੀ ਆ ਕੇ ਚਰਨ ਕਵਲਾਂ ਦੇ ਵਿੱਚ ਜਿਹੜੀ ਫੁੱਲਾਂ ਦੀ ਵਰਖਾ ਕੀਤੀ ਸੀ। ਵਿਸ਼ਨ ਬ੍ਰਹਮਾ ਸ਼ਿਵ ਨੇ ਵੀ ਮਾਤ ਲੋਕ ਦੇ ਉੱਪਰ ਨਿਗਾਹ ਟਿਕਾਈ ਸੀ। ਬਲ ਤੇ ਬਾਵਨ ਦੀ ਧਾਰ ਨੂੰ ਵੀ ਘਮਿੰਡ ਦੀ ਧਰਤੀ ਤੇ ਸੱਦ ਲਿਆ ਸੀ। ਲੇਖ ਬੜੇ ਲੰਮੇ ਚੌੜੇ ਆ, ਮੈਂ ਥੋੜੇ ਥੋੜੇ ਬਚਨ ਸਾਂਝੇ ਕਰ ਰਿਹਾ। ਸੋ ਹਰ ਭਗਤ ਉਧਾਰ ਨੇਹ ਕਲੰਕ ਕਲ ਜਾਮਾ ਪਾਏ, ਹਰ ਭਗਤ ਉਧਾਰ ਨੇਹ ਕਲੰਕ, ਹਰ ਭਗਤ ਉਧਾਰ ਨੇਹ ਕਲੰਕ ਕਲ ਜਾਮਾ ਪਾਏ। ਸ੍ਰਿਸ਼ਟ ਖਵਾਰ ਅੰਤਮ ਪ੍ਰਭ ਕਰਾਏ, ਹਾਹਾਕਾਰ ਵਿੱਚ ਕੁੰਟ ਚਾਰ ਮਚ ਜਾਏ। ਆਪ ਨਿਰੰਕਾਰ ਸਾਧੇ ਅਡੋਲ, ਸ੍ਰਿਸ਼ਟ ਸਭਾਈ ਆਪ ਡੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤ ਮਾਤ ਪ੍ਰਗਟਾਏ। ਮਾਤ ਲੋਕ ਪ੍ਰਭ ਜੋਤ ਜਗਾ ਕੇ, ਜਨ ਭਗਤ ਪ੍ਰਭ ਸੰਗਿਓ ਪਾ ਕੇ। ਸਾਚੀ ਬਣਤ ਪ੍ਰਭ ਜਾਏ ਬਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿੱਚ ਮਾਤ ਦੇ ਪਾ ਕੇ। ਜੇ ਮਾਤ ਲੋਕ ਤੇ ਭਗਵਾਨ ਆਪ ਆਇਆ ਖੁਦ, ਤੇ ਨਾਲ ਭਗਤ ਜਨਾਂ ਨੂੰ ਵੀ ਲਿਆਂਦਾ ਔਰ ਸੱਚੀ ਬਣਤ ਬਣਾਈ।
ਲੋਕ ਮਾਤ ਪ੍ਰਭ ਵਕਤ ਸੁਹਾਇਆ। ਇਹ ਪਹਿਲੇ ਪ੍ਰਗਟਾਵੇ ਪ੍ਰਥਾਏ ਲਿਖਤ ਹੈ। ਹਰ ਸੰਗਤ ਜੀਓ, ਕੁਝ ਸੰਗਤਾਂ ਦਾ ਵਿਚਾਰ ਜਦ ਸੁਣਦੇ ਹਾਂ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇ ਦੇਹ ਕਰਕੇ ਪ੍ਰਗਟ ਨਹੀਂ ਹੋਏ, ਕੋਈ ਪ੍ਰਗਟਾਵਾ ਨਹੀਂ ਹੋਇਆ। ਸਭ ਤੋਂ ਪਹਿਲਾ ਪ੍ਰਗਟਾਵਾ ਤੇ ਨਿਰਾਕਾਰ ਭਗਵਾਨ ਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਇਹੀ ਸੀ ਕਿ ਉਹ ਨਿਰਾਕਾਰ ਪ੍ਰਮਾਤਮਾ, ਨਜ਼ਰ ਨਾ ਆਉਣ ਵਾਲਾ ਨਿਰਾਕਾਰ ਸਰੂਪ ਘਵਿੰਡ ਦੀ ਧਰਤੀ ਤੇ 1948 ਬਿਕਰਮੀ ਨੂੰ 10:30 ਵਜੇ ਰਾਤ ਨੂੰ ਜਾਮਾ ਧਾਰਨ ਕਰ ਲਿਆ, ਅਵਤਾਰ ਧਾਰਨ ਕਰ ਲਿਆ। ਉਹ ਸਭ ਤੋਂ ਪਹਿਲਾ ਪ੍ਰਗਟਾਵਾ ਹੀ ਮਾਤਲੋਕ ਦੇ ਉੱਪਰ ਉਹ ਸੀ। 10:30 ਤਨ ਵਜੂਦ ਪ੍ਰਗਟ ਕਰ ਅਪਾਰ। ਸੱਚੇ ਪਾਤਸ਼ਾਹ ਕਰੇ ਮੈਂ ਤੇ 10:30 ਵਜੇ ਤਨ ਵਜੂਦ ਪ੍ਰਗਟ ਕੀਤਾ, ਮੈਂ ਪ੍ਰਗਟ ਹੋਇਆ। ਫਿਰ ਉਸ ਦੇ ਬਾਅਦ ਇਹ ਜਿਹੜਾ ਲੇਖ ਚੱਲ ਰਿਹਾ ਹਰਿਮੰਦਰ ਸਾਹਿਬ ਜਾਣ ਪ੍ਰਥਾਏ ਹੈ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਚਨ ਪੂਰਾ ਕਰਨਾ ਸੀ। ਉਹਨਾਂ ਦਾ ਬਚਨ ਸੀ ਕਿ ਹਰਜੂ ਹਰਿਮੰਦਰ ਆਉਣਗੇ। ਜਿਸ ਹਰੀ ਦੇ ਨਾਮ ਦੇ ਉੱਪਰ ਮੰਦਰ ਬਣਾਇਆ ਹੈ ਉਹ ਖੁਦ ਮਾਲਕ ਇਸ ਦਾ ਆਵੇਗਾ। ਫਿਰ 1950 ਬਿਕਰਮੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਗੁਰੂ ਮਣੀ ਸਿੰਘ ਜੀ ਉਹਨਾਂ ਦੇ ਨਾਲ ਉੱਥੇ ਗਏ। ਸਤਿਗੁਰੂ ਮਣੀ ਸਿੰਘ ਜੀ ਹੁਕਮ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੂੰ ਲੈ ਕੇ ਗਏ ਔਰ ਪਹਿਲਾ ਪ੍ਰਗਟਾਵਾ ਸੀ ਹਰਿਮੰਦਰ ਸਾਹਿਬ ਦੇ ਵਿੱਚ। ਲਿਖਤ ਆਪ ਜੀ ਨੇ ਸੁਣ ਲੈਣੀ। 1950 ਬਿਕਰਮੀ ਲੇਖ ਲਿਖਾਇਆ। ਸਾਚਾ ਵਕਤ ਵੇਖ ਮਾਤ ਲੋਕ ਪ੍ਰਭ ਜੋਤ ਜਗਾਇਆ। ਜੋ ਸਰੂਪੀ ਕੀਨਾ ਪੇਖ ਸ੍ਰੇਸ਼ਟ ਸਭਾਈ ਤਾਈ ਭੁਲਾਇਆ। ਕਲ ਯੁਗ ਜੀਵ ਰਹੇ ਵੇਖਾ ਵੇਖ ਪ੍ਰਭ ਅਬਨਾਸ਼ੀ ਨਜ਼ਰ ਨਾ ਆਇਆ। ਹਰਿਮੰਦਰ ਸਾਹਿਬ ਸਾਹਿਬਾਂ ਨੇ ਮਾਇਆ ਪਾ ਕੇ ਜਿਹੜਾ ਹੀ ਸੰਸਾਰ ਨੂੰ ਟਾਲ ਛੱਡਿਆ, ਸੋਝੀ ਨਹੀਂ ਆਉਣ ਦਿੱਤੀ। ਬੇਮੁਖ ਜੀਵਾਂ ਉਲਟੀ ਰੇਖ ਪ੍ਰਭ ਗੂੜੀ ਨੀਂਦ ਸਮਾਇਆ। ਗੁਰਮੁਖ ਸਾਚੇ ਆਤਮ ਵੇਖ ਪ੍ਰਭ ਦਰ ਆਏ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਵਿੱਚ ਮਾਤ ਦੇ ਪਾਇਆ। ਮਾਤ ਲੋਕ ਹੋਏ ਉਕਾਰਾ। ਜਗੇ ਜੋਤ ਅਗਾਮੇ ਅਪਾਰਾ। ਤਰੇ ਜੋਤ ਆਪ ਪ੍ਰਭ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣਾ ਕੀਆ ਪਸਾਰਾ। ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨ, ਭਗਤ ਜਨ, ਸੂਫੀ, ਸੰਤ, ਫਕੀਰ ਸਭ ਹੁਕਮ ਵਿੱਚ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਸੇ ਹੁਕਮ ਵਿੱਚ ਨਹੀਂ ਆਏ, ਆਪਣਾ ਆਪ ਹੀ ਮਾਤਲੁਕ ਤੇ ਪਸਾਰ ਕੀਤਾ। ਸਾਹਿਬਾਂ ਨੇ ਆ ਕੇ ਵਾਰ-ਵਾਰ ਬਾਣੀ ਵਿੱਚ ਆ ਰਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣਾ ਕੀਆ ਪਸਾਰਾ। ਸਾਚਾ ਪ੍ਰਭ ਪਸਰ ਪਸਾਰੇ ਆਵੇ ਜਾਵੇ ਵਾਰੋ ਵਾਰੇ। ਕਲ ਯੁਗ ਜੀਵ ਹੋਏ ਮੂਰਖ ਮੁਗਧ ਗਵਾਰੇ। ਗੁਰਮੁਖ ਵਿਰਲੇ ਆਤਮ ਰਸ ਪੀਵ ਆਤਮ ਜੋਤ ਕਰੇ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਚਰਜ ਖੇਲ ਕਰੇ ਅਪਾਰੇ। ਅਚਰਜ ਖੇਲ ਪ੍ਰਭ ਅਪਾਰ ਪ੍ਰਗਟਾਈ ਜੋਤ ਵਿੱਚ ਸੰਸਾਰ। ਕਿਤਨੀ ਵਾਰ ਸ਼ਬਦ ਪ੍ਰਗਟਾ ਰਿਹਾ ਔਰ ਬੇਮੁਖਾਂ ਵਾਸਤੇ ਜਿਹੜੀ ਸਖਤ ਲਿਖਤ ਆ ਰਹੀ ਹੈ। ਹਰ ਸੰਗਤ ਜੀਓ, ਅੱਜ ਵੀ ਕਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ ਜਦ ਆਪ ਹਰ ਸੰਗਤ ਜੀਓ ਬਚਨ ਕਰਦੇ ਹੋ, ਸਾਂਝਾ ਕਰਦੇ ਹੋ ਗੱਲ, ਤੇ ਕਈ ਹਾਸੀ ਕਰ ਦਿੰਦੇ ਔਰ ਕਈ ਉਹਨੂੰ ਨਿੰਦਿਆ 'ਚ ਲੈ ਜਾਂਦੇ ਆ। ਉਹਨਾਂ ਵਾਸਤੇ ਇਹ ਬੜੀ ਸਖਤ ਸਜ਼ਾ ਹੈ। ਨਿੰਦਿਆ ਤੋਂ ਬਚ ਜਾਣਾ ਚਾਹੀਦਾ ਹੈ, ਨਹੀਂ ਤੇ ਸਖਤ ਬਹੁਤ ਸਜ਼ਾ ਹੈ। ਨਿੰਦਿਆ ਕਰਕੇ ਬੇਮੁਖ ਹੋ ਕੇ ਤੇ ਅੰਤਕਾਲ ਨਰਕ ਕੁੰਡ ਦੇ ਵਿੱਚ ਹੀ ਵਾਸਾ ਹੋਣਾ ਹੈ ਜਿਹੜਾ ਜੀਵ ਨਿੰਦਿਆ ਕਰੂ। ਗੁਰਮੁਖ ਵਿਰਲੇ ਆਤਮ ਰਸ ਪੀਵ ਆਤਮ ਜੋਤ ਕਰੇ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਚਰਜ ਖੇਲ ਕਰੇ ਅਪਾਰੇ। ਅਚਰਜ ਖੇਲ ਪ੍ਰਭ ਅਪਾਰ ਪ੍ਰਗਟੀ ਜੋਤ ਵਿੱਚ ਸੰਸਾਰ। ਬੇਮੁਖ ਦਰ ਜਾਣ ਰੋਤ
नजर ना आवे नैन मुदारो। महाराज शेर सिंह विष्णु भगवान, मात लोक आए जामा तारो। साचा प्रभ जामा धारे। ये जामा धारिया, इस दे परथाए अवतार साहिबाना दे भी बचन सी, गुरु साहिबाना दे भी बचन सी, पैगंबरां दे भी बचन सी, नबियां दे बचन सी कि नेक कलंक अवतार ने आउणा है। उन्हां बचनां दे विचों एक बचन हुण साझा होण लगा है लिखत दे नाल। साहिब गुरु गोबिंद पातशाह ने नेक कलंक दी ओट रखी कि नेक कलंक अवतार प्रगट होणगे, सर्व समर्थ होणगे। वो बाणी हुण चलणी है अपने विचारना च। उस वायदे नूं पूरा करन करके गोबिंद पातशाह जी दे बचन नूं पूरा करन वास्ते नेक कलंक अवतार जामा पैणियां कनकपुरी दी धरती दे उपर ये लिखत अगे चलनी है। सुनियो जरा ध्यान नाल भगत जनों। महाराज शेर सिंह विष्णु भगवान, मात लोक आए जामा तारो। साचा प्रभ जामा तारे। गुर गोबिंद सच बचन लिखारे। वेले अंत प्रगटे नेह कलंक नरैण नर अवतारे। गुरु पातशाह ने भी सच्चा बचन दिता सी और वेला अंत में आया ते नेक कलंक अवतार प्रगट होए नारे अवतारे। महाराज शेर सिंह विष्णु भगवान, आप अपनी जाने सारे। आप अपनी कृपा करते महाराज शेर सिंह विष्णु भगवान, आप अपनी जोत लोक माते धरते आ और आप अपनी सार जानन वाले। वार वार आप शब्द आ रहा, क्योंकि तुसीं अक्सर सुनते होगे कि प्रभु ने अपनी कृपा आप की, अपना प्रगटावा आप किया, अपनी गल आप की, लेकिन नाम नहीं दस्या जाता। सो इत्थे नाम नाल है कि किहड़ा प्रभु आ, किहड़ा मालक आ जिहड़ा अपनी सार आप पाउण वाला, अपना प्रगटावा आप करन वाला, सब सर्व समर्थ आ, सर्ब तो वड्डा आ। और किन्ने पुरातन युगां दे विच भगतां दी पैज रखी, किहड़ा हुण रख रिहा, ਉਹਦਾ नाम आ रहा महाराज शेर सिंह विष्णु भगवान का। हर जियो महाराज शेर सिंह विष्णु भगवान, आप अपनी जाने सारे। गुर गोबिंद सत बचन लिखाया, नेह कलंक सर्ब समर्थ अंत जामा पाया। जोत स्वरूपी जोत तराया, जोत स्वरूपी जोत तराया, जोत स्वरूपी जोत तराया। गुरमुख वेखे बेमुखा प्रभ देसना आया। मानस जन्म लगाए लेखे, चरण आए जिस शीस झुकाया। जो जन रहे परम भलेखे, प्रभ नरक निवास रखाया। महाराज शेर सिंह विष्णु भगवान, जामा विच मात दे पाया। वक्त सुहाया आप प्रभ, कल जुग जामा पाए। वक्त सुहाया आप प्रभ, अपनी जोत प्रगटाए। वक्त सुहाया आप प्रभ। इस वक्त सहाय की लिखत ते भी जरा सुरत शब्द नाल जोड़ लियो। मैं 5 मिनट च कर देना समाप्ति, कोई नहीं, थोड़ी लिखत रह गई है, 5-7 मिनट ही हो रहा। ये भी समा नहीं आपां नूं लभना जिहड़ा आपां हुण बचन विलास करदे हां, वो समय का बड़ा दबाव रहिंदा अपने उपर। चलो मैं समाप्ति कर देनी, लिखत आ गई है बस। और ये वक्त सहाय बारे भी जरा सुरती कायम करके सुन लियो भी वक्त सहाया कित्थे सुहाया, किद्दां सुहाया, किहड़ा समा सी, की खेल सी। ये भी जरा हुण सुरत उधर ये शब्द बल्ले करके जरा समझियो जी। वक्त सुहाया आप प्रभ, कल जुग जामा पाए। वक्त सुहाया आप प्रभ, अपनी जोत प्रगटाए। आप वक्त सहाया ते अपनी जोत प्रगटाए। समझी जाओ एक एक शब्द नूं मेरे भैणों ते भराओ। बड़े भरम भुलेखे हन नेक कलंक अवतार दे नाम दे उपर जिहड़े संगत दे विच प्रचलित हन। ये सच्ची बाणी ही उन्हां नूं दूर कर सकदी है। वक्त सुहाया आप प्रभ, कल जुग अंधेर मिटाए। वक्त सुहाया आप प्रभ, महाराज शेर सिंह नाम रखाए।
ਜਕਾਰੇ ਦੇ ਅਰਥ ਵੀ ਹੁੰਦੇ ਆ, ਮੈਂ ਥੋੜੇ ਵਿਚਾਰ ਉੱਤੇ ਵੀ ਦੇਣੇ ਆ, ਪਹਿਲਾਂ ਲਿਖਤ ਸੁਣੋ। ਵਕਤ ਸੁਹਾਇਆ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਉ ਰਖਾਏ। ਵਕਤ ਸੁਹਾਇਆ ਆਪ ਪ੍ਰਭ, ਵਿੱਚ ਮਾਤ ਪ੍ਰਭ ਭਾਗ ਲਗਾਏ। ਵਕਤ ਸੁਹਾਇਆ ਆਪ ਪ੍ਰਭ, ਗੁਰਮੁਖ ਸਾਚੇ ਆਤਮ ਜਾਗ ਲਗਾਏ। ਵਕਤ ਸੁਹਾਇਆ ਆਪ ਪ੍ਰਭ, ਗੁਰਮੁਖਾਂ ਹਉਮੈ ਅਗਨ ਬੁਝਾਏ। ਵਕਤ ਸੁਹਾਇਆ ਆਪ ਪ੍ਰਭ, ਗੁਰਮੁਖਾਂ ਹਉਮੈ ਅਗਨ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤ ਲੋਕ ਵਿੱਚ ਪਾਏ। ਮਾਤ ਲੋਕ ਪ੍ਰਭ ਸਾਚਾ ਆਇਆ, ਪੰਚਮ ਜੇਠ ਮੁਖ ਰਖਾਇਆ। ਕਨਕਪੁਰੀ ਪ੍ਰਭ ਭਾਗ ਲਗਾਇਆ, ਮਾਤਾ ਤਾਬੋ ਕੁਖ ਸੁਫਲ ਕਰਾਇਆ। ਸਿੰਘ ਜਵੰਦ ਨਾਮ ਵਡਿਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਆਪ ਆਪਣਾ ਨਾਮ ਤਰਾਇਆ, ਕਨਕਪੁਰੀ ਪ੍ਰਭ ਭਾਗ ਲਗਾਏ। ਆਪ ਆਪਣੀ ਜੋਤ ਪ੍ਰਗਟਾਏ। ਇੱਥੇ ਆ ਕੇ ਨਿਰਣਾ ਹੋ ਗਿਆ ਕਿ ਨੇਕ ਕਲੰਕ ਅਵਤਾਰ ਨੇ ਖੇਲ ਕਿੱਦਾਂ ਕੀਤੀ ਤੇ ਕਿੱਥੇ ਕੀਤੀ, ਕਿੱਥੇ ਪ੍ਰਗਟਾਵਾ ਹੋਇਆ। ਕਨਕਪੁਰੀ ਪ੍ਰਭ ਭਾਗ ਲਗਾਏ, ਆਪ ਆਪਣੀ ਜੋਤ ਪ੍ਰਗਟਾਏ। ਦੇਵੀ ਦੇਵ ਪ੍ਰਭ ਸ਼ਰਨ ਲਿਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਜਾਮਾਂ ਵਿੱਚ ਮਾਤ ਦੇ ਪਾਏ, ਪੁਰੀ ਕਣਕ ਤਾਮ ਨਿਆਰਾ। ਪਿੰਡ ਘਵਿੰਡ ਪ੍ਰਥਾਏ ਲਿਖਤ ਚੱਲ ਰਹੀ ਹੈ, ਜੋ ਕਵਿਤਾ ਦੇ ਵਿੱਚ ਵੀ ਚੱਲੀ ਹੈ। ਪੁਰੀ ਕਣਕ ਤਾਮ ਨਿਆਰਾ, ਸਤਿਯੁਗ ਉਪਜਾਵੇ ਪ੍ਰਭ ਵਿੱਚ ਸੰਸਾਰਾ। ਜੋਤ ਜਗਾਵੇ ਪ੍ਰਭ ਗਿਰ ਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਨਾਰਾਇਣ ਨਰ ਨੇਹ ਕਲੰਕ ਅਵਤਾਰਾ, ਕਨਕਪੁਰੀ ਪ੍ਰਭ ਜੋਤ ਜਗਾਏ। ਵਾਕ ਭਵਿਖਤ ਪ੍ਰਭ ਸਤ ਕਰਾਏ। ਜੋ ਵੀ ਪੁਰਾਤਨ ਵਾਕ ਸੀ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨਾਂ ਨੇ ਕੀਤੇ, ਉਹ ਭਵਿਖਤ ਵਾਕ ਸਤ ਕਰਾ ਦਿੱਤੇ ਕਨਕਪੁਰੀ ਚ ਜਾਮਾ ਧਾਰਨ ਕਰਕੇ। ਵਾਕ ਭਵਿਖਤ ਪ੍ਰਭ ਸਤ ਕਰਾਏ, ਲਿਖਤ ਲਿਖਾਈ ਲਿਖਤ ਪ੍ਰਭ ਆਪ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਮਾਤ ਪ੍ਰਗਟਾਏ। ਇੱਥੇ ਸਮਾਪਤੀ ਕਰਦੇ ਨੇ ਜੀ ਆਪਾਂ। ਲਿਖਤ ਤੇ ਬੜੀ ਲੰਬੀ ਆ ਹਰ ਸੰਗਤ ਜੀਓ, ਮੈਂ ਕੁਝ ਬਚਨ ਆਪ ਜੀ ਨਾਲ ਸਾਂਝੇ ਕਰਨੇ ਹਨ ਸਮਾਪਤੀ ਤੇ। ਵਕਤ ਸਹਾਏ ਆਪ ਪ੍ਰਭ, ਮਾਤ ਲੋਕ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਪਾਏ। ਕਣਕਪੁਰੀ ਨੂੰ ਭਾਗ ਲਗਾਏ। ਫਿਰ ਸਾਹਿਬ ਕਹਿ ਰਹੇ ਨੇ ਅੱਗੇ ਕਿ ਮਾਤਾ ਤਾਬੋ ਦੀ ਕੁੱਖ ਨੂੰ ਸਫਲ ਕਰਾਇਆ, ਮੈਂ ਨੇਕ ਕਲੰਕ ਅਵਤਾਰ ਨੇ ਜਾਮਾ ਧਾਰਨ ਕਰਕੇ। ਪਿਤਾ ਜਵੰਦ ਸਿੰਘ ਦੇ ਨਾਮ ਨੂੰ ਵਡਿਆਇਆ, ਵੱਡੀ ਵਡਿਆਈ ਦਿੱਤੀ। ਨਾਲ ਹੀ ਆਪਾਂ ਲਿਖਤ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਕਿਸ ਤਰ੍ਹਾਂ ਆਪਾਂ ਨੂੰ ਵੀ ਸੰਗ ਲਿਆ ਕੇ ਤੇ ਗੁਰਮੁਖਾਂ ਭਗਤਾਂ ਨੂੰ ਆਪਾਂ ਨੂੰ ਜਿਹੜੀ ਵਡਿਆਈ ਦਿੱਤੀ ਤੇ ਮਾਣ ਦਿੱਤਾ ਸੱਚੇ ਪਾਤਸ਼ਾਹ। ਇਹ ਵੀ ਆਪਾਂ ਅੱਗੇ ਪੜ੍ਹ ਲਿਆ ਹੈ। ਸੋ ਹਰ ਸੰਗਤ ਜੀਓ, ਜਕਾਰੇ ਪ੍ਰਥਾਏ ਮੈਂ ਵਿਚਾਰ ਸਾਂਝੇ ਕਰਨੇ ਚਾਹੁੰਦਾ। ਅਰਥ ਵੀ ਆਪਾਂ ਸੁਣਦੇ ਹਾਂ, ਮੈਂ ਵੀ ਪੜ੍ਹੇ ਹਨ ਸਾਰੇ, ਬਾਣੀ ਵੀ ਪੜ੍ਹੀ ਹੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਆਪਾਂ ਜਕਾਰਾ ਲਾਉਨੇ ਹਾਂ ਜੀ। ਹੁਣ ਥੋੜਾ ਜਿਹਾ ਹੰਗਾਰਾ ਦਿਓ। ਜਕਾਰਾ ਲਾਉਨੇ ਹਾਂ, ਜੈ ਕਰਦੇ ਹਾਂ। ਇਸ ਦੇ ਅਰਥ ਜਿਹੜੇ ਪਾਤਸ਼ਾਹ ਜੀ ਦੁਆਰਾ ਹੋਏ, ਮਹਾਰਾਜ ਪੂਰਨ ਸਿੰਘ ਜੀ ਦੁਆਰਾ ਕੀਤੇ ਗਏ, ਉਹ ਕੁਝ ਆਪਾਂ ਜੇ ਮੂੰਹ ਜ਼ਬਾਨੀ ਬਚਨ ਸਾਂਝੇ ਕਰਦੇ ਤੇ ਇਦਾਂ ਹੀ ਹੋਣਗੇ ਲਗਭਗ। ਸੋ ਪ੍ਰਮਾਤਮਾ ਹੰਗ ਆਤਮਾ, ਮਹਾਰਾਜ ਸਾਰਿਆਂ ਦਾ ਰਾਜਾ, ਸਾਰਿਆਂ ਦਾ ਪਾਤਸ਼ਾਹ, ਸਾਰਿਆਂ ਦਾ ਸ਼ਹਿਨਸ਼ਾਹ, ਸ਼ੇਰ ਸਿੰਘ ਸਾਰਿਆਂ ਨੂੰ ਡਰ ਤੇ ਭੈ ਦੇ ਵਿੱਚ ਰੱਖਣ ਵਾਲੀ ਸਮਰੱਥ ਤਾਕਤ,
ਔਰ ਵਿਸ਼ਨੂੰ ਸਾਰਿਆਂ ਦਾ ਪਾਲਣਹਾਰ, ਪਿਰਤਪਾਲਕ, ਵਿਸ਼ਨੂੰ ਦਾ ਵੀ ਪਾਲਣ ਵਾਲਾ, ਜਿਸ ਨੂੰ ਵਿਸ਼ਨੂੰ ਵਿਸ਼ਨੂੰ ਕਹਿ ਕੇ ਸੀਸ ਨਵਾਉਂਦਾ। ਇਹ ਅਰਥਾਂ ਵਿੱਚ ਨਹੀਂ, ਮੈਂ ਸਾਂਝਾ ਕਰ ਦਿੱਤਾ ਹੈ ਆਪ ਨਾਲ, ਬਚਨ ਬਾਣੀ ਵਿੱਚ ਆਉਂਦਾ ਕਿ ਵਿਸ਼ਨੂੰ ਰੂਪ ਹੋ ਕੇ ਸਾਰਿਆਂ ਦੀ ਪਾਲਣਾ ਕਰਨ ਵਾਲਾ, ਭਗਵਾਨ ਰੂਪ ਹੋ ਕੇ ਕਦੇ ਨਾ ਨਾਸ ਹੋਣ ਵਾਲਾ, ਔਰ ਅੰਤ ਦੇ ਅੰਤ ਤੱਕ ਰਹਿਣ ਵਾਲਾ, ਉਹਦੀ ਹੀ ਜੈ। ਫਿਰ ਨਾਲ ਅਰਥ ਸਾਡੇ ਭੈਣ ਭਰਾ ਜਿਹੜੇ ਟੇਪ ਪਾਤਸ਼ਾਹ ਦੀ ਸੁਣਾਉਂਦੇ ਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਨਾਮ ਪਰਥਾਏ ਕਿ ਇਹ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਇਹ ਜਿਹੜਾ ਹੈ ਟੇਪ ਹੈ, ਇਹਨੂੰ ਸੁਣੋ ਕਿ ਨੇਕ ਕਲੰਕ ਕਿਸ ਨੂੰ ਕਿਹਾ। ਹਰ ਸੰਗਤ ਜੀ ਉਹ ਟੇਪ ਸੁਣੀ ਹੈ ਬੜੀ ਵਾਰ, ਕੋਈ ਸ਼ੱਕ ਨਹੀਂ ਹੈ, ਉਹ ਵੀ ਅਰਥ ਸੱਚੇ ਹਨ, ਕੋਈ ਉਹਦੇ ਵਿੱਚ ਕਮੀ ਹੈ, ਕੋਈ ਕਮੀ ਨਹੀਂ। ਜੀਵ ਦੇ ਸਮਝਣ 'ਚ ਫਰਕ ਹੋ ਸਕਦਾ ਹੈ, ਜੀਵ ਦੀ ਆਪਣੀ ਬੁੱਧੀ ਦੇ ਵਿੱਚ ਫਰਕ ਹੋ ਸਕਦਾ ਹੈ ਸਮਝਣ ਦੇ ਵਿੱਚ। ਔਰ ਇਹ ਜਕਾਰੇ ਦੇ ਇੱਦਾਂ ਕਰਕੇ ਕੁਝ ਅਰਥ ਦੱਸੇ ਜਾਂਦੇ ਹਨ, ਟੇਪ ਸੁਣਾਈ ਜਾਂਦੀ ਹੈ, ਪੜ੍ਹਿਆ ਵੀ ਹੈ ਉਹਨਾਂ ਅਰਥਾਂ ਨੂੰ। ਫਿਰ ਨੇਕ ਕਲੰਕ ਉਸੇ ਨੂੰ ਕਿਹਾ ਗਿਆ ਹੈ ਜੋ ਜੋਤ ਸਰੂਪ ਹੈ, ਆਦਿ ਅੰਤ ਜੁਗਾ ਜਗੰਤ ਰਹਿਣ ਵਾਲਾ ਹੈ, ਜੋ ਸਰੂਪ ਭਗਵਾਨ ਹੈ, ਉਸੇ ਨੂੰ ਨੇਕ ਕਲੰਕ ਕਿਹਾ ਗਿਆ ਹੈ। ਕਿਸੇ ਬੰਦੇ ਨੂੰ ਨਹੀਂ ਕਿਹਾ ਗਿਆ, ਕਿਸੇ ਇਨਸਾਨ ਨੂੰ ਨਹੀਂ ਕਿਹਾ ਗਿਆ। ਨੇਕ ਕਲੰਕ ਜੋ ਸਰੂਪ ਹੈ, ਔਰ ਇਹ ਅਰਥ ਜਿਹੜੇ ਸੁਣਾਏ ਜਾਂਦੇ। ਹਰ ਸੰਗਤ ਜੀ ਹੁਣ ਜਰਾ ਵਿਚਾਰਨ, ਕਿਤਨੀ ਵਾਰ ਇਸ ਬਾਣੀ ਵਿੱਚ ਜੋਤ ਸਰੂਪ ਆਇਆ, ਨੇਕ ਕਲੰਕ ਜੋਤ ਸਰੂਪ ਪ੍ਰਗਟ ਹੋਵੇ, ਨੇਕ ਕਲੰਕ ਜੋਤ ਸਰੂਪ ਆਵੇ, ਨੇਕ ਕਲੰਕ ਜੋਤ ਸਰੂਪ ਖੇਲ ਕਰੇ, ਨੇਕ ਕਲੰਕ ਜਾਮਾ ਧਾਰਨ ਬਾਰੇ ਵੀ ਲਿਖਤਾ ਜੀ। ਸਾਰਿਆਂ ਦਾ ਮਾਲਕ, ਸਾਰਿਆਂ ਦਾ ਪਾਤਸ਼ਾਹ ਜੋਤ ਸਰੂਪ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਮ ਹੈ ਉਸਦਾ। ਇਹੀ ਆਪਾਂ ਨੂੰ ਜਿਹੜਾ ਟੇਪ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹ ਕੋਈ ਸਰੀਰ ਨਹੀਂ, ਉਹ ਕੋਈ ਤਨ ਵਜੂਦ ਨਹੀਂ ਹੈ, ਉਹਦਾ ਉਹ ਜਿਹੜੀ ਭੈ ਦਾ ਇੱਕ ਸ਼ਕਤੀ ਹੈ। ਹਰ ਸੰਗਤ ਜੀਓ, ਜਿਸ ਸਮੇਂ ਇਹ ਅਰਥ ਹੋ ਰਹੇ ਸੀ, ਜਿਸ ਸਮੇਂ ਇਹ ਬਾਣੀ ਦੀਆਂ ਪੰਕਤੀਆਂ ਆ ਕੇ ਜੋਤੀ ਜੋਤ ਸਰੂਪ ਹਰ ਦੀ ਮੋਹਰ ਲੱਗ ਰਹੀ ਸੀ, ਉਸ ਸਮੇਂ ਸੱਚੇ ਸਾਹਿਬ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕ ਪ੍ਰਵਾਸੀ ਦੇਹ ਛੱਡ ਕੇ ਜੋਤ ਸਰੂਪ ਹੋ ਕੇ ਖੇਲਾਂ ਕਰ ਰਹੇ ਸੀ ਮਹਾਰਾਜ ਪੂਰਨ ਸਿੰਘ ਜੀ ਦੇਹ ਦੇ ਰਾਹੀਂ। ਜਦੋਂ ਇਹ ਅਰਥ ਹੋਏ ਤੇ ਉਸ ਸਮੇਂ ਦੇ ਅਰਥ ਹਨ ਕਿ ਜੋਤ ਸਰੂਪ ਹੈ, ਨੇਕ ਕਲੰਕ ਜੋ ਇਸ ਸਮੇਂ ਖੇਲ ਕਰ ਰਿਹਾ ਹੈ, ਔਰ ਉਹੀ ਸਾਰਿਆਂ ਦਾ ਪਾਤਸ਼ਾਹ ਹੈ, ਸਭ ਦਾ ਮਾਲਕ ਹੈ, ਉਸ ਦੀ ਜੈ ਕਰਦੇ ਹਾਂ। ਲੇਕਿਨ ਇਸ ਨੇਕ ਕਲੰਕ ਅਵਤਾਰ ਦੀ 52 ਸਾਲ ਨਿਰਗੁਣ ਸਰਗੁਣ ਧਾਰ ਘਵਿੰਡ ਦੇ ਵਿੱਚ ਚੱਲੀ। ਨਿਰਗੁਣ ਸਰਗੁਣ ਕਰਕੇ ਅਕਾਲ ਪੁਰਖ ਦੀ 52 ਸਾਲ ਘਵਿੰਡ ਦੇ ਵਿੱਚ ਧਾਰ ਚੱਲੀ। ਨੇਕ ਕਲੰਕ ਅਵਤਾਰ ਨੇ ਕਣਕਪੁਰੀ ਵਿੱਚ ਜਾਮਾ ਪਾਇਆ। ਇੱਥੇ ਆ ਕੇ ਦੱਸ ਦਿੱਤਾ, ਵਕਤ ਸਹਾਇਆ 1948 ਬਿਕਰਮੀ ਨੂੰ, ਵਕਤ ਸਹਾਇਆ ਔਰ ਪ੍ਰਗਟਾਵਾ ਕੀਤਾ ਕਣਕਪੁਰੀ ਦੀ ਧਰਤੀ, ਭਾਗ ਲਗਾਇਆ, ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਜਿਸ ਦੇ ਅਰਥ ਕਰ ਰਹੇ ਹਾਂ, ਜਕਾਰੇ ਦੇ ਦੱਸ ਰਹੇ ਹਾਂ। ਇਸੇ ਹੀ ਸਰਬ ਸ਼ਕਤੀਮਾਨ ਪਰਮਾਤਮਾ ਜਿਹੜਾ ਸਰਬ ਸ੍ਰੇਸ਼ਟ ਆ, ਸਭ ਤੋਂ ਉੱਪਰ ਜਿਹੜਾ ਤਾਕਤ ਆ, ਉਹਨੇ ਦੇਹ ਧਾਰੀ ਕਣਕਪੁਰੀ ਦੇ ਵਿੱਚ ਫਿਰ ਨਾਮ ਰਖਾਇਆ। ਸਾਹਿਬਾਂ ਨੇ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਆਪਣਾ ਆਪ, ਔਰ ਵਕਤ ਸਹਾਇਆ ਮਾਤ ਲੋਕ ਦੇ ਵਿੱਚ ਭਾਗ ਲਗਾਇਆ। ਹਰ ਸੰਗਤ ਜੀਓ, ਪੰਚਮ ਜੇਠ ਨੂੰ ਮੁੱਖ ਰੱਖਿਆ ਸੀ, ਉਹ 5ਵੀਂ ਜੇਠ ਦਾ ਦਿਨ ਸੀ। ਸਾਰਾ ਸਾਹਿਬਾਂ ਨੇ ਦੱਸ ਦਿੱਤਾ ਇੱਥੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣਾ ਨਾਮ ਧਰਾਇਆ, ਕਣਕਪੁਰੀ ਪ੍ਰਭ ਭਾਗ ਲਗਾਏ, ਆਪ ਆਪਣੀ ਜੋਤ ਪ੍ਰਗਟਾਏ। ਕਿ ਜਿਸ ਪਰਥਾਏ ਆਪਾਂ ਸਹਿਬ ਪਰਥਾਏ ਬਚਨ ਸੁਣਦੇ ਨਾ, ਨਾਮ ਨਹੀਂ ਦੱਸਦੇ ਸਾਡੇ ਸਿੱਖ, ਔਰ ਉਹ ਇੰਨਾ ਹੀ ਸਿਰਫ ਕਹਿੰਦੇ ਕਿ ਉਹ ਪ੍ਰਭੂ ਪਰਮਾਤਮਾ ਜਿਹਨੇ ਆਪਣਾ ਪ੍ਰਗਟਾਵਾ ਆਪ ਕੀਤਾ, ਆਪਣੀ ਗੱਲ ਆਪ ਕੀਤੀ, ਜਾਂ ਇਉਂ ਕਹਿ ਲੈਂਦੇ ਕਿ ਹਜੂਰ ਸ਼ਹਿਨਸ਼ਾਹ, ਲੇਕਿਨ ਸਪਸ਼ਟ ਕੋਈ ਨਾਮ ਨਹੀਂ ਲੈਂਦੇ। ਸੋ ਇੱਥੇ ਬਾਣੀ ਸਪਸ਼ਟ ਨਾਮ ਦੱਸ ਰਹੀ ਆ, ਜਿਹੜੀ ਆਪਾਂ ਜੈ ਕਰਦੇ ਹਾਂ। ਹਰ ਸੰਗਤ ਜੀਓ, ਮੈਂ 2 ਪੰਕਤੀਆਂ ਮੂੰਹ ਜ਼ਬਾਨੀ ਤੁਹਾਡੇ ਨਾਲ ਸਾਂਝੀਆਂ ਕਰਦਾ, ਜਰਾ ਧਿਆਨ ਨਾਲ ਵੇਖਿਓ। ਅੱਜ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ ਦੇਹ ਦੇ ਉੱਪਰ ਬੜੀ ਨੁਕਤਾਚੀਨੀ ਹੋ ਰਹੀ ਹੈ। ਬੜਾ ਜ਼ੋਰ ਲੱਗਦਾ ਕਿ ਇਹ ਦੇਹ ਦਾ ਜਕਾਰਾ ਨਹੀਂ, ਉਹ ਦੇਹ ਵਾਲਾ ਨੇਕ ਕਲੰਕ ਨਹੀਂ, ਉਹ ਦੇਹ ਕਰਕੇ ਨਹੀਂ, ਬੜਾ ਜ਼ੋਰ ਲੱਗ ਰਿਹਾ ਇਸ ਚੀਜ਼ ਦੇ ਉੱਪਰ। ਸੋ ਇਸ ਚੀਜ਼ ਨੂੰ ਵਿਚਾਰਿਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਡੀ ਵੱਡੀ ਸਮਰੱਥ ਤਾਕਤ ਆ ਕਿ ਜਿੱਥੇ ਕਿ ਜੀਵ ਜਾ ਕੇ ਆਪਣੀ ਚਤਰਾਈ ਤੇ ਅਕਲ ਨਾਲ ਨਿੰਦਿਆ ਕਰਨ ਲੱਗਦੇ ਹਨ ਜਾਂ ਖੇਡ ਪਲਟਣ ਲੱਗਦੇ ਹਨ, ਉਸ ਤੋਂ ਤੇ ਉੱਪਰ ਬਹੁਤ ਹੈ ਖੇਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਗੁਣ ਸਰਗੁਣ, ਸਰਗੁਣ ਨਿਰਗੁਣ ਖੇਲ ਖੇਲੀ। ਨਿਰਗੁਣ ਤੋਂ ਸਰਗੁਣ ਹੋਏ, ਸਰਗੁਣ ਤੋਂ ਫਿਰ ਨਿਰਗੁਣ ਹੋਏ, ਔਰ ਖੇਲ ਖੇਲੀਆ ਨਿਰਗੁਣ ਸਰਗੁਣ, ਸਰਗੁਣ ਨਿਰਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ ਸਾਰੀ ਖੇਲ ਹੈ। ਔਰ ਨਿਰਗੁਣ
ਅਰੂਪ ਤੇ ਸਰਗੁਣ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਆਪ ਹਨ। ਇਹ ਬਾਣੀ ਗ੍ਰੰਥ ਨੰਬਰ 4 ਦੀ ਦੱਸ ਰਹੀ ਹੈ। ਨਿਰਗੁਣ ਰੂਪ ਨੂਰ ਰੂਪਿਆ, ਪ੍ਰਕਾਸ਼ ਰੂਪਿਆ, ਜੋਤ ਸਰੂਪਿਆ, ਲੇਕਿਨ ਉਹੀ ਨਿਰਗੁਣ ਰੂਪ ਪ੍ਰਮਾਤਮਾ ਜੀ ਦੀ ਅਸੀਂ ਜੈ ਕਰ ਰਹੇ ਹਾਂ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਕਾਰਾ ਲਾ ਰਹੇ ਹਾਂ ਹਰ ਸੰਗਤ ਜੀਓ। ਉਹੀ ਸਾਹਿਬ ਕਹਿ ਰਿਹਾ ਕਿ ਨਿਰਗੁਣ ਰੂਪ ਤੇ ਨੂਰ ਰੂਪਿਆ, ਪ੍ਰਕਾਸ਼ ਰੂਪਿਆ, ਜੋਤ ਸਰੂਪਿਆ, ਨਿਰਵੈਰ ਆ। ਲੇਕਿਨ ਨਿਰਗੁਣ ਹੀ ਜਦ ਸਰਗੁਣ ਹੋ ਕੇ ਮੈਂ ਘਵਿੰਡ ਦੀ ਧਰਤੀ ਤੇ ਆਇਆ ਤੇ ਸਰਗੁਣ ਸਤਗੁਰ ਪੂਰਾ ਮਾਤ ਲੋਕ ਵਿੱਚ ਮੈਂ ਹਾਜ਼ਰ ਹਜੂਰ ਹੋ ਗਿਆ। ਨਿਰਗੁਣ ਹੀ ਸਰਗੁਣ ਹੋ ਗਿਆ, ਸਤਗੁਰ ਪੂਰਾ ਮਾਤ ਲੋਕ ਵਿੱਚ ਹਾਜ਼ਰ ਹਜੂਰ ਹੋ ਕੇ ਤੇ ਦਰਸ਼ਨ ਦਿੱਤਾ ਤੇ ਜੀਵਾਂ ਜਨਤਾ ਨੂੰ ਪਾਰ ਕੀਤਾ ਦਰਸ਼ਨ ਦੇ ਕੇ। ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ 24 ਅਵਤਾਰ ਹਨ ਤੇ ਇਹ ਜੈ 24 ਅਵਤਾਰ ਦੀ ਹੈ ਹਰ ਸੰਗਤ ਜੀਓ। ਆਪਾਂ ਜੈ 24 ਅਵਤਾਰ ਦੀ ਕਰ ਰਹੇ ਹਾਂ। ਹਾਂ ਜਾਂ ਨਾ ਦੱਸ ਦਿਓ ਜੇ ਬਚਨ ਨਹੀਂ ਆਪਣੇ ਰਲਦੇ ਤੇ ਸੋਚ ਨਹੀਂ। ਨੇਕ ਕਲੰਕ ਅਵਤਾਰ 24 ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ। ਹੁਣ ਤੇ ਕਈ ਸਿੱਖ, ਮੈਂ ਬਚਨ ਥੋੜਾ ਸਾਂਝਾ ਕਰਾਂਗੇ, ਜਾਤ ਵੀ ਪਰਖਣ ਤੱਕ ਆ ਗਏ ਸਾਹਿਬ ਜੀ। ਉਹਨੇ ਤੇ ਆ ਕੇ ਜਾਤਾਂ ਪਾਤਾਂ ਉੱਚਾਂ ਨੀਚਾਂ ਸਭ ਖਤਮ ਕੀਤੀਆਂ ਹਰ ਸੰਗਤ ਜੀ। ਆਪਣਾ ਆਪ ਤੱਜ ਕੇ ਜੋ ਸਰੂਪ ਹੋ ਕੇ। ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਰਾਮਗੜੀਆਂ ਘਰ ਜੋਤ ਪ੍ਰਗਟਾਈ ਹੈ। ਰਾਮਗੜੀਆਂ ਘਰ ਦੇਹ ਪ੍ਰਗਟਾਉ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਉ। ਏਦਾਂ ਹੀ ਲਿਖਤ ਚੱਲਦੀ ਜੀ, ਸੁਣਾਈ ਤੁਹਾਨੂੰ ਅੱਗੇ ਕਿੰਨੀ ਵਾਰ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰਾਉ। ਬੜਾ ਸਾਫ਼ ਤੇ ਸਪਸ਼ਟ ਜਕਾਰੇ ਬਾਰੇ ਸੱਚੇ ਪਾਤਸ਼ਾਹ ਦੱਸ। ਇਹੋ ਹੀ ਨੇ ਜਿਨ੍ਹਾਂ ਨੂੰ ਸਤਿਗੁਰੂ ਮਣੀ ਸਿੰਘ ਨੇ ਕਿਹਾ ਤੂੰ ਮੇਰਾ ਤੇ ਮੈਂ ਤੇਰਾ। ਇਹ ਵੀ ਬੜਾ ਬਚਨ ਚੱਲਦਾ ਹੈ ਕਿ ਕਹੋ ਤੂੰ ਮੇਰਾ ਮੈਂ ਤੇਰਾ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਤੂੰ ਮੇਰਾ ਤੇ ਮੈਂ ਤੇਰਾ ਕਿਹਨੂੰ ਕਹਿਣਾ ਹੈ ਤੇ ਕੌਣ ਸਾਡੇ ਅੱਗੇ ਸਾਡਾ ਭਗਵਾਨ ਹੈ। ਇਹਨਾਂ ਨੂੰ ਸਤਿਗੁਰੂ ਮਣੀ ਸਿੰਘ ਨੇ ਕਣਕਪੁਰੀ ਦੀ ਧਰਤੀ ਤੇ ਆ ਕੇ ਜਦ ਨਾਮ ਸ਼ਬਦ ਦੀ ਦਾਤ ਲਈ ਕਿਹਾ ਤੂੰ ਮੇਰਾ ਮੈਂ ਤੇਰਾ, ਮੇਰਾ ਪ੍ਰੀਤਮਾ ਤੇਰੇ ਬਿਨਾ ਕੋਈ ਹੋਰ ਮੇਰਾ ਸਹੁਰਾ ਪੇਕਾ ਨਹੀਂ, ਮੇਰਾ ਕੋਈ ਮਾਲਕ ਨਹੀਂ, ਤੇਰਾ ਇੱਕ ਮੈਂ ਇਸ਼ਟ ਮੰਨਦਾ। ਤੇ ਜਦ ਮਹਾਰਾਜ ਪੂਰਨ ਸਿੰਘ ਜੀ ਦਾ ਜਨਮ ਹੋਇਆ 27 ਚੱਕ ਦੇ ਵਿੱਚ, ਤੇ ਉਹਨਾਂ ਨੇ ਜਦ ਪਹਿਲਾ ਸਵਾਸ ਲਿਆ ਤੇ ਉਹ ਸਵਾਸ ਕੀ ਸੀ? ਸੋਹੰਗ ਸ਼ਬਦ ਸੀ ਉਸ ਸਵਾਸ ਦੇ ਵਿੱਚ। ਤੇ ਮਹਾਰਾਜ ਜੀ ਨੇ ਪਹਿਲੇ ਸਵਾਸ ਦੇ ਵਿੱਚ ਜਦ ਸਵਾਸ ਲਿਆ ਤੇ ਉਹਨਾਂ ਕਿਹਾ ਸੋਹੰਗ ਸ਼ਬਦ ਨੂੰ, ਪ੍ਰਭੂ ਦੇ ਨਾਮ ਨੂੰ ਜਦ ਵਡਿਆਇਆ ਤੇ ਉਹਨਾਂ ਨੇ ਕਿਹਾ ਤੂੰ ਮੇਰਾ ਮੈਂ ਤੇਰਾ। ਫਿਰ 9 ਵਾਰੀ ਅੱਖਾਂ ਮੀਟੀਆਂ ਖੋਲੀਆਂ, ਬੱਚਿਆਂ ਦੀ ਆਦਤ ਵਾਂਗੂ ਜਿਹੜਾ ਲੇਖ ਚੱਲਦਾ ਹੈ ਕੀਤਾ, ਔਰ ਰੋ ਕੇ ਕਿਹਾ। ਉਹ ਰੋਣਾ ਕੀ ਸੀ ਮਹਾਰਾਜ ਪੂਰਨ ਸਿੰਘ ਜੀ ਦਾ? ਕਿਉਂ ਰੋਏ? ਕਿ ਸਾਹਿਬ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੈਂ ਤੇਰੀ ਸ਼ਰਨਾਈ ਵਿੱਚ ਰਹਿਣਾ, ਤੂੰ ਮੇਰੇ ਸਿਰ ਦੇ ਉੱਪਰ ਹੱਥ ਰੱਖ। ਤੇ ਮਹਾਰਾਜ ਪੂਰਨ ਸਿੰਘ ਨੇ ਜਦ ਜਾਮਾ ਧਾਰਿਆ 27 ਚੱਕ ਦੇ ਵਿੱਚ, ਇਹ ਲਿਖਤਾਂ ਦੇ ਵਿੱਚ ਲੇਖਿਆ ਕਿ ਉਹਨਾਂ ਪਹਿਲੇ ਸਵਾਸ ਵਿੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੂੰ ਕਿਹਾ, ਕਣਕਪੁਰ ਵਾਸੀ ਜੀ ਨੂੰ, ਕਿ ਤੂੰ ਮੇਰਾ ਮੈਂ ਤੇਰਾ, ਮੇਰੇ ਸਿਰ ਤੇ ਹੱਥ ਰੱਖੀ, ਮੈਂ ਤੇਰੀ ਸ਼ਰਨਾਈ ਵਿੱਚ ਰਹਿਣਾ। ਸੋ ਮਹਾਰਾਜ ਪੂਰਨ ਸਿੰਘ ਜੀ ਸਤਿਗੁਰ ਸ਼ਬਦ ਦਾ ਜਾਮਾ ਹੈ। ਇਹ ਬਾਣੀ ਦੇ ਵਿੱਚ ਬੜਾ ਸਾਫ਼ ਤੇ ਸਪਸ਼ਟ ਲਿਖਿਆ ਹੈ, ਇਸ ਦੇ ਵਿੱਚ ਕੋਈ ਦੋ ਰਹਿ ਨਹੀਂ ਹੈ। ਸਤਿਗੁਰੂ ਮਣੀ ਸਿੰਘ ਨੇ ਵੀ ਇਸ਼ਟ ਨੇਕ ਕਲੰਕ ਅਵਤਾਰ ਦਾ ਮੰਨਿਆ, ਜੈ ਕੀਤੀ, ਔਰ ਮਹਾਰਾਜ ਪੂਰਨ ਸਿੰਘ ਨੇ ਇਸ਼ਟ ਮੰਨਿਆ ਨੇਕ ਕਲੰਕ ਅਵਤਾਰ ਦਾ। ਇਹ ਬਾਣੀਆਂ ਨੇ ਸਾਨੂੰ ਦੱਸਿਆ। ਸੋ ਇਹਨਾਂ ਨੇ ਕਿਹਾ ਤੂੰ ਮੇਰਾ ਮੈਂ ਤੇਰਾ, ਤੇ ਸਾਨੂੰ ਦੱਸਿਆ ਹੈ ਕਿ ਅਸੀਂ ਕਿਸ ਨੂੰ ਤੂੰ ਮੇਰਾ ਮੈਂ ਤੇਰਾ ਕਿਹਾ ਹੈ ਤੇ ਤੁਸੀਂ ਭਗਤ ਜਨੋ ਕਿਸ ਨੂੰ ਕਹਿਣਾ ਹੈ। ਅਸੀਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੂੰ ਤੂੰ ਮੇਰਾ ਮੈਂ ਤੇਰਾ ਕਿਹਾ ਹੈ ਤੇ ਤੁਸੀਂ ਸਾਰੇ ਭਗਤ ਜਨਾਂ ਨੇ ਵੀ ਇਸੇ ਨੂੰ ਕਹਿਣਾ ਤੂੰ ਮੇਰਾ ਮੈਂ ਤੇਰਾ। ਸੋ ਪਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ, ਜੋ ਸਰੂਪ ਹੈ, ਤੇ ਹੰਗ ਉਹਦੀ ਆਤਮਾ ਸਾਡੇ ਅੰਦਰ ਹੈ। ਆਤਮ ਪਰਮਾਤਮਾ ਦਾ ਮੇਲ ਆ। ਤੇ ਜੇ ਸ਼ਬਦ ਫੋਟੋ ਨੂੰ ਵੀ ਪੜ੍ਹੋ ਤੇ ਉਹਦੇ ਵਿੱਚ ਵੀ ਬੜਾ ਸਾਫ਼ ਤੇ ਸਪਸ਼ਟ ਹੈ ਹਰ ਸੰਗਤ ਕਿ ਏਕਾ ਓਟ ਰਖਾਏ ਕੰਤ ਕੰਤੂਰ, ਜੋ ਮਾਲਕ ਦੀ ਜਿਹਦੀ ਅਸੀਂ ਓਟ ਰੱਖਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ 184 ਫੰਦ ਕਟਾਏ, ਅੰਤਮ ਜੋਤੀ ਮੇਲ ਮਿਲਾਏ, ਮਾਨਸ ਜਨਮ ਨਾ ਆਏ ਹਾਰ। ਉਹਨੇ ਤੇ ਵਾਅਦਾ ਕੀਤਾ ਕਿ ਭਗਤ ਜਨਾਂ ਦਾ 184 ਫੰਦ ਮੈਂ ਹੀ ਕੱਟਣ ਵਾਲਾ, ਮਾਨਸ ਜਨਮ ਹਾਰ ਵੀ ਨਹੀਂ ਆਉਂਦੀ ਮੇਰੇ ਭਗਤ, ਔਰ ਮੈਂ ਹੀ ਆਤਮਾ ਨੂੰ ਜੋਤ ਆਪਣੀ ਦੇ ਵਿੱਚ ਮਿਲਾਉਣਾ ਹੈ, ਜੋਤੀ ਨੂੰ। ਸੋ ਬੜਾ ਸਾਫ਼ ਤੇ ਸਪਸ਼ਟ ਹੈ ਮੇਰੇ ਭੈਣੋ ਤੇ ਭਰਾਓ। ਸੋ ਆਪਾਂ ਵੀ ਇਸ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਮੰਨਣਾ ਹੈ, ਇੱਕ ਓਟ ਰੱਖਣੀ ਹੈ। ਪੁਰਾਤਨ ਜਿਹੜੇ ਭਗਤਾਂ ਦਾ ਲੇਖ ਆਇਆ ਉਹਨਾਂ ਓਟ ਰੱਖੀ ਹੈ। ਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਉਹਨੇ ਆਉਣਾ ਹੈ, ਗੁਰੂ ਪੀਰ ਅਵਤਾਰ ਪੈਗੰਬਰਾਂ ਨੇ ਕਿਹਾ ਸੀ ਆਉਣਾ ਹੈ। ਉਹ ਵਾਕ ਭਵਿਕਤ ਸੱਤ ਹੋਏ ਤੇ ਅੱਜ ਆਪਾਂ ਨੂੰ ਵੀ ਮਾਣ ਮਿਲਿਆ ਜੇ ਉਹ ਆਇਆ। ਜੇ ਪੱਖੋਵਾਲ ਦਾ ਆਪਾਂ ਲੇਖ ਵੇਖੀਏ, ਸਭ ਤੋਂ ਪਹਿਲੀ ਹਦਾਇਤ ਹੈ ਪੱਖੋਵਾਲ ਦੇ ਸਿੱਖਾਂ ਵਾਸਤੇ ਕਿ ਤੁਸੀਂ ਪ੍ਰੇਮ ਤੇ ਪਿਆਰ ਨਾਲ ਰਹਿਣਾ ਹੈ।
ਔਰ ਪ੍ਰੇਮ ਪ੍ਰੀਤੀ ਦੇ ਨਾਲ ਰਹਿਣਾ ਹੈ। ਇੰਨਾ ਹੀ ਬਚਨ ਪੱਲੇ ਬੰਨ੍ਹ ਲਈਏ ਤੇ ਜੀਵਨ ਸਫਲ ਹੋ ਜਾਂਦਾ ਹੈ। ਲੇਕਿਨ ਪੱਖੋਵਾਲ ਦੇ ਵਿੱਚ ਬੜੇ ਕੁਛ ਕਾਫੀ ਸਮੇਂ ਤੋਂ ਹੋ ਸਕਦਾ ਸੀ ਕਿ ਇਹ ਸਿੱਖਾਂ ਦਾ ਤੇ ਪ੍ਰੇਮ ਪਿਆਰ ਰਹਿ ਜਾਂਦਾ, ਲੇਕਿਨ ਬਾਹਰ ਵਾਲਿਆਂ ਨੇ ਇਹਨਾਂ ਦਾ ਪ੍ਰੇਮ ਪਿਆਰ ਰਹਿਣ ਨਹੀਂ ਦਿੱਤਾ। ਇਹ ਬੜੀ ਜਿਹੜੀ ਹੈ ਦੁੱਖ ਵਾਲੀ ਗੱਲ ਹੈ ਕਿ ਰਸ ਪ੍ਰੇਮ ਪਿਆਰ ਸਾਰਾ ਭੰਗ ਕਰ ਸਕੇ। ਲਿਖਤ ਜਿਹੜੀ ਹੈ ਪੱਖੋਵਾਲ ਸੰਗਤ ਪ੍ਰਥਾਈ ਵੀ ਹੈ ਪ੍ਰੇਮ ਪਿਆਰ ਦੀ। ਜਿਹੜਾ ਬਲ ਤੇ ਬਾਵਨ ਦਾ ਲੇਖ ਸੀ ਇੱਥੇ ਪੱਖੋਵਾਲ ਦਾ, ਉਹਦੇ ਵਿੱਚ ਸਾਫ਼ ਤੇ ਸਪਸ਼ਟ ਹੈ ਕਿ ਜੋ ਸਰੂਪ ਮੈਂ ਹੋ ਕੇ ਤੇ ਇਸ ਪੱਖੋਵਾਲ ਦੀ ਧਰਤੀ ਦੇ ਉੱਪਰ ਆਉਣਾ ਆ, ਜੋ ਸਰੂਪ ਨਿਰਗੁਣ ਰੂਪ ਆਊਂਗਾ, ਨਾਲ ਮੇਰਾ ਗੋਬਿੰਦ ਸੁੱਤ ਆਊਗਾ। ਗੋਬਿੰਦ ਸੁੱਤ ਤੋਂ ਭਾਵ ਮਹਾਰਾਜ ਪੂਰਨ ਸਿੰਘ ਜੀ ਪ੍ਰਥਾਈ ਲਿਖਤ ਚੱਲਦੀ। ਗੋਬਿੰਦ ਸ਼ਬਦ ਧਾਰ ਕਰਕੇ, ਗੋਬਿੰਦ ਸੁੱਤ ਕਰਕੇ, ਸ਼ਬਦ ਗੋਬਿੰਦ ਕਰਕੇ, ਸਤਿਗੁਰੂ ਸ਼ਬਦ ਕਰਕੇ ਜਿਹੜੀ ਲਿਖਤ ਚੱਲਦੀ ਹੈ ਉਹ ਮਹਾਰਾਜ ਪੂਰਨ ਸਿੰਘ ਜੀ ਪ੍ਰਥਾਈ ਚੱਲਦੀ ਹੈ। ਨਾਲ ਉਹ ਆਊਗਾ ਔਰ ਮੈਂ ਜੋਤ ਸਰੂਪ ਹੋਊਂਗਾ। ਗੋਬਿੰਦ ਸ਼ਬਦ ਦੀ ਧਾਰ ਸਰਗੁਣ ਹੋਊਗੀ, ਨਾਲ ਗੁਰਮੁਖ ਗੋਬਿੰਦ ਦੇ ਹੋਣਗੇ, ਨਾਲ ਮੈਂ ਪੁਰਾਤਨ ਬਲ ਤੇ ਪਾਵਨ ਦਾ ਲੇਖ ਪੂਰਾ ਕਰੂੰਗਾ। ਇਹ ਵੀ ਜਿਹੜਾ ਪੱਖੋਵਾਲਾ ਕੇ ਲੇਖਾ ਜੋਖਾ ਪੂਰਾ ਕੀਤਾ ਸੀ। ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਕਨਕਪੁਰ ਵਾਸੀ ਜੀ ਹੀ ਕੀਤਾ ਹੈ। ਜਦੋਂ ਗ੍ਰੰਥਾਂ 24 ਨੂੰ ਪੜ੍ਹਦੇ ਹਾਂ ਤੇ ਬੜਾ ਡੰਕੇ ਦੀ ਚੋਟ ਤੇ ਉਹਨਾਂ ਆਪਣੀ ਗੱਲ ਕੀਤੀ ਕਿ ਮੈਂ ਹੀ ਸਾਰੇ ਲੈਣੇ ਦੇਣੇ ਦਿੱਤੇ ਆ। ਸ਼ਬਦ ਫੋਟੋ ਤੇ ਵੀ ਥੱਲੇ ਜਦੋਂ ਪੜ੍ਹਦੇ ਹਾਂ ਆਪਾਂ, ਹਰ ਸੰਗਤ ਲੇਖਾ ਆਪ ਲਿਖਾਇਆ, ਭਰਮ ਭੁਲੇਖਾ ਦੂਰ ਕਰਾਇਆ, ਹਰ ਜਨ ਲੋਕ ਮਾਤ ਨਾ ਜਾਏ ਰੁੱਲ, ਜੋਤੀ ਜੋ ਸਰੂਪ ਹਰ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਸੰਗਤ ਲੇਖਾ ਆਪ ਲਿਖਾਇਆ, ਭਰਮ ਭੁਲੇਖਾ ਦੂਰ ਕਰਾਇਆ, ਹਰ ਜਨ ਲੋਕ ਮਾਤ ਨਾ ਜਾਏ ਰੁੱਲ। ਸਾਫ਼ ਤੇ ਸਪਸ਼ਟ ਦੱਸਿਆ ਕਿ ਲੇਖਾ ਤੁਹਾਡਾ ਮੈਂ ਲਿਖਾ ਰਿਹਾ ਜੋ ਸਰੂਪ ਹੋ ਕੇ। ਔਰ ਸ਼ਬਦ ਫੋਟੋ ਦੇ ਉੱਪਰ ਜਿਹੜਾ ਸਰੂਪ ਆ ਉਸ ਦੇ ਉੱਪਰ ਲਿਖਿਆ ਹੈ। ਕਈ ਸਿੱਖ ਭਰਮ ਭੁਲੇਖੇ ਸ਼ਬਦ ਫੋਟੋ ਦੇ ਉੱਪਰ ਪਾਉਂਦੇ ਹਨ। ਮੇਰੇ ਭੈਣੋ ਭਰਾਇਓ, ਸਮਝਿਓ ਜਰਾ ਕਿ ਉੱਪਰਲੀਆਂ ਦੋ ਪੰਕਤੀਆਂ ਪੜ੍ਹ ਕੇ ਹਰ ਪੁਰਖ ਗਮ ਗਮੜਾ ਗਮੜੀ ਕਰ, ਹੱਡ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ, ਜੋਤੀ ਨੂਰ ਇੱਕ ਕਰ ਕੇ ਉਹਦਾ ਤੇ ਹੱਡ ਮਾਸ ਨਾੜੀ ਪਿੰਜਰ ਚਮੜਾ ਹੀ ਕੋਈ ਨਹੀਂ। ਨੇਕ ਕਲੰਕ ਦਾ ਕੋਈ ਸਰੀਰ ਹੀ ਨਹੀਂਗਾ, ਉਹ ਸਰੀਰ ਰੂਪ ਨਹੀਂਗਾ। ਲੇਕਿਨ ਥੱਲੇ ਵਾਲੀਆਂ ਪੰਕਤੀਆਂ ਵੀ ਸਾਨੂੰ ਪੜ੍ਹਨੀਆਂ ਪੈਣੀਆਂ, ਜਿੱਥੇ ਉਹਨੇ ਕਿਹਾ ਲੋਕ ਮਾਤ ਆਏ ਦੌੜਾ, ਵੇਖ ਵਖਾਣੇ ਮਿੱਠਾ ਕੌੜਾ, ਰਾਜ ਰਜਾਨ ਸ਼ਾਹ ਸੁਲਤਾਨ ਸੱਚ ਦਰਬਾਰ, ਪਵਨ ਸੁਵਾਸੀ ਕਣਕਪੁਰ ਵਾਸੀ ਸ਼ਾਹ ਸੁਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰ ਸੱਚੀ ਸਰਕਾਰ, ਨਰ ਹਰ ਨਰੈਣ ਨਰ ਨਿਰੰਕਾਰਿਆ, ਆਦਿ ਅੰਤ ਜੁਗਾ ਜਗੰਤ ਬਣਾਏ, ਬੰਤ ਵਿੱਚ ਸੰਸਾਰਿਆ, ਮਿਲੇ ਮੇਲ ਪ੍ਰਭ ਸਾਚੇ ਕੰਤ ਦੇਵੇ, ਦਰਸ਼ ਗਮ ਅਪਾਰ। ਇਹ ਕਿੰਨੇ ਪੜ੍ਹਨੀਆਂ ਪੈਂਦੀਆਂ, ਇਹ ਵੀ ਆਪਾਂ ਵਿਚਾਰਨੀਆਂ ਹਨ ਕਿ ਉਹ ਪਰਮਾਤਮਾ ਜੀ ਦਾ ਹੱਡ ਮਾਸ ਨਾੜੀ ਪਿੰਜਰ ਨਹੀਂ, ਜੋ ਸਰੂਪ ਹੈ ਜਿਸ ਦੀ ਅਸੀਂ ਜੈ ਕਰਦੇ ਹਾਂ, ਉਹੀ ਪਰਮਾਤਮਾ ਸਦਾ ਰਹਿਣ ਵਾਲੀ ਸਮਰੱਥ ਤਾਕਤ, ਸਾਰਿਆਂ ਨੂੰ ਡਰ ਤੇ ਭੈ ਦੇ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਕਹਿ ਰਹੀ ਮੈਂ ਲੋਕ ਮਾਤ ਤੇ ਆ ਕੇ ਜਾਮਾ ਧਾਰਨ ਕੀਤਾ, ਕਣਕਪੁਰੀ ਵਿੱਚ ਜਾਮਾ ਪਾਇਆ, ਕਣਕਪੁਰ ਵਾਸੀ ਬਣ ਗਿਆ, ਕਣਕਪੁਰ ਵਾਸੀ ਬਣ ਗਿਆ। ਲਿਖਤ ਵਿੱਚ ਆ ਰਿਹਾ ਜਿਹੜਾ ਆਪਾਂ ਹੁਣ ਪੜ੍ਹਿਆ, ਕਣਕਪੁਰ ਵਾਸੀ ਆ ਗਿਆ। ਕਣਕਪੁਰ ਵਾਸੀ ਭਾਵ ਪਿੰਡ ਘਵਿੰਡ ਵਾਸੀ ਮੈਂ ਬਣ ਗਿਆ, ਮੈਂ ਦੇਹਧਾਰੀ ਹੋ ਗਿਆ ਔਰ ਇੱਥੇ ਬਣਤ ਬਣਾਈ ਆ। ਔਰ ਆਦਿ ਅੰਤ ਜੁਗਾ ਜਗੰਤ ਜੇ ਭਗਤਾਂ ਦੀ ਬੰਤ ਬਣਨੀ ਆ ਤੇ ਇਹਨਾਂ ਨਾਲ ਹੀ ਬਣਨੀ। ਬਾਣੀ ਆਪਾਂ ਪੜ੍ਹ ਲਈ ਆ, ਪਿੱਛੇ ਭਗਤਾਂ ਦੀ ਬੰਤ ਬਣੀ ਤੇ ਇਹਨਾਂ ਨਾਲ ਬਣੀ, ਅੱਗੇ ਬਣਨੀ ਆ ਤੇ ਆਪਣੀ ਇਹਨਾਂ ਨਾਲ ਬਣਨੀ ਆ। ਸਮਝਣ ਦੀ ਲੋੜ ਹੈ, ਇਹ ਵੀ ਲੈਣਾ ਪੜ੍ਹਨੀਆਂ ਹਨ। ਉਹੀ ਪ੍ਰਮਾਤਮਾ ਜੋ ਸਰੂਪ ਆ ਹੱਡ ਮਾਸ ਨਾੜੀ ਪਿੰਜਰ ਨਹੀਂ, ਜਿਸ ਦੀ ਜੈ ਬਾਰੇ ਦੱਸਦੇ ਆ ਕਿ ਅਸੀਂ ਉਹ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਭੂ ਦੀ ਗੱਲ ਕਰਦੇ ਹਾਂ, ਨਿਰਗੁਣ ਦੀ ਗੱਲ ਕਰਦੇ ਹਾਂ, ਉਹ ਨਿਰਵੈਰ ਆ ਨਿਰਗੁਣ ਆ, ਉਹਦੀ ਗੱਲ ਆ। ਹਰ ਸੰਗਤ ਜੀ ਉਹੀ ਕਹਿ ਰਿਹਾ ਕਿ ਮੇਰੀ ਕੀ ਗੱਲ ਆ, ਮੈਂ ਘਵਿੰਡ ਵਾਸੀ ਬਣ ਗਿਆ। ਉਹੀ ਜਿਹਦੇ ਇਸ਼ਾਰੇ ਕਰਦੇ ਜੇ, ਜਿਹਦੇ ਬਾਰੇ ਗੱਲਾਂ ਕਰ ਰਹੇ ਜੇ, ਪੁਰਾਤਨ ਬਾਣੀਆਂ ਨੇ ਕੀਤੀਆਂ ਹੁਣ ਦੱਸ ਰਹੇ ਜੇ, ਉਹੀ ਮੈਂ ਘਵਿੰਡ ਦੀ ਧਰਤੀ ਤੇ ਆ ਗਿਆ। ਦੇਹ ਧਾਰਨ ਕਰ ਲਈ, ਪਹਿਲਾ ਸਰਗੁਣ ਸਰੂਪ ਬਣਾ ਲਿਆ ਨਿਰੰਕਾਰ ਨੇ, ਕਣਕਪੁਰੀ ਵਿੱਚ ਜਾਮਾ ਧਾਰਨ ਕਰ ਲਿਆ, ਨਿਰਗੁਣ ਸਰਗੁਣ ਧਾਰ 52 ਸਾਲ ਚੱਲੀ, ਨੇਕ ਕਲੰਕ ਖਵਾਇਆ ਸਰੀਰਕ ਸਰੂਪ ਦੇ ਵਿੱਚ ਵੀ। ਔਰ ਸੱਚੇ ਪਾਤਸ਼ਾਹ ਨੇ ਸਰੂਪ ਲੱਗਾ ਉੱਪਰ ਸਰੂਪ ਦੇ ਵੀ ਲਿਖਿਆ, ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਅਜੇ ਵੀ ਭਰਮ ਤੇ ਭੁਲੇਖਾ, ਸ਼ਾਂਤੀ ਰੱਖਿਓ, ਥੋੜੀ ਸ਼ਾਂਤੀ ਰੱਖਿਓ। ਸੋ ਮੇਰੇ ਭੈਣੋ ਤੇ ਭਰਾਓ, ਬੜਾ ਸਾਫ਼ ਤੇ ਸਪਸ਼ਟ ਇਹਦੇ ਵਿੱਚ ਦੱਸ ਦਿੱਤਾ। ਫੋਟੋ ਲਾਉਣ ਦਾ ਮੰਤਵ ਹੀ ਇਹ ਸੀ ਕਿ ਕੱਲ ਨੂੰ ਕੋਈ ਨੇਕ ਕਲੰਕ ਦੇ ਉੱਪਰ ਜਿਹੜਾ ਉਹਦੇ ਸਰੂਪ ਤੇ ਸ਼ੰਕੇ ਨਾ ਉੱਠ ਜਾਣ। ਵੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਆਪਾਂ ਨੂੰ ਸਿੱਖੀ ਦੀ ਸਨਦ ਦਿੱਤੀ ਆ ਨਾ, ਸਿੱਖੀ ਦੀ ਸਨਦ ਆਏ ਜਿਹੜਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਦਾ ਸਿੱਖਿਆ, ਉਹਦੇ ਘਰ ਦੇ ਵਿੱਚ ਸ਼ਬਦ ਫੋਟੋ ਚਾਹੀਦਾ। ਬਚਨ ਲੰਮੇ ਹੁੰਦੇ ਆ। ਮਹਾਰਾਜ ਪੂਰਨ ਸਿੰਘ ਨੇ ਵੀ ਆਪਣੇ ਘਰ ਦੇ ਵਿੱਚ ਇੱਕ ਸ਼ਬਦ ਫੋਟੋ ਹੁਕਮ ਅਨੁਸਾਰ ਰੱਖਿਆ ਸੀ, ਉਹਨਾਂ ਰੱਖਿਆ ਨਹੀਂ ਸੀ। ਔਰ ਭਾਈ ਪ੍ਰੀਤਮ ਸਿੰਘ ਉਹਨਾਂ ਨੂੰ ਦਰਸ਼ਨ ਹੋਏ ਕਿ ਮਹਾਰਾਜ ਸ਼ੇਰ ਸਿੰਘ ਜੀ ਦਾ ਮੈਨੂੰ
ਹੁਕਮਿਆਂ ਦਰਸ਼ਨ ਹੋਇਆ ਤੇ ਤੁਹਾਨੂੰ ਮੈਂ ਸਿਹਣਿਆ ਦੇਣ ਆਇਆ ਕਿ ਸ਼ਬਦ ਫੋਟੋ ਘਰ ਦੇ ਵਿੱਚ ਰੱਖਣ ਦਾ। ਔਰ ਉਹਨਾਂ ਕਿਹਾ ਕਿ ਇੱਕ ਮੇਰੇ ਲਈ ਵੀ ਪ੍ਰੀਤਮ ਸਿਆਂ ਬਣਾ ਲਿਆਈ, ਮੈਂ ਵੀ ਘਰ ਰੱਖਣੀ। ਉਹਨਾਂ ਕਿਹਾ ਸਿਹਣਿਆ ਦੇ ਦੀ ਪੂਰਨ ਸਿੰਘ ਨੂੰ ਜਾ ਕੇ, ਮਹਾਰਾਜ ਸ਼ੇਰ ਸਿੰਘ ਉਹਨਾਂ ਕਿਹਾ ਕਿ ਉਹ ਵੀ ਸਾਡਾ ਸਿੱਖ ਆ, ਸਾਡੀ ਇੱਕ ਸ਼ਬਦ ਫੋਟੋ ਉਹ ਵੀ ਘਰ ਰੱਖੀ, ਉਹਨੇ ਨਹੀਂ ਰੱਖੀ ਅਜੇ ਤੱਕ। ਤੇ ਉਹਨਾਂ ਕਿਹਾ ਮਹਾਰਾਜ ਜੀ, ਭਾਈ ਪ੍ਰੀਤਮ ਸਿੰਘ ਉਹਨਾਂ ਕਿਹਾ ਕਿ ਮਹਾਰਾਜ ਸ਼ੇਰ ਸਿੰਘ ਉਹਨਾਂ ਦਾ ਆ ਸਿਹਣਿਆ ਆ ਪਾਤਸ਼ਾਹ ਕਿ ਮੈਨੂੰ ਦਰਸ਼ਨ ਹੋਏ ਆ। ਤੇ ਉਹਨਾਂ ਫਿਰ ਕਿਹਾ ਮੇਰੇ ਲਈ ਵੀ ਇੱਕ ਬਣਾ ਕੇ ਲੈ ਆਓ, ਆਪਣੇ ਲਈ ਵੀ ਲੈ ਆਓ। ਤੋ ਮੇਰੇ ਭੈਣੋ ਤੇ ਭਰਾਓ, ਸ਼ਬਦ ਫੋਟੋ ਦੀ ਥੱਲੇ ਵਾਲੀ ਇੱਕ ਹੋਰ ਪੰਕਤੀ ਪੜ੍ਹ ਲਈਏ, ਸਮਾਪਤੀ ਮੈਂ ਹੁਣ ਕਰ ਦੇਣਾ, ਬੜਾ ਟਾਈਮ ਲੈ ਗਿਆ ਤੁਹਾਡਾ। ਵੱਲੋਂ ਹਰ ਸੰਗਤ ਸੇਵਾਦਾਰ ਪੂਰਨ ਸਿੰਘ ਜੇਠੂਵਾਲ, ਜ਼ਿਲ੍ਹਾ ਅੰਮ੍ਰਿਤਸਰ। ਇਹ ਪੰਕਤੀ ਕਿਸਨੇ ਵਿਚਾਰਨੀ ਆ? ਉੱਪਰ ਵਾਲੀ ਤੇ ਵਿਚਾਰ ਲਈ ਆ। ਜਿੱਥੇ ਹੱਡ ਮਾਸ ਨਾੜੀ ਪਿੰਜਰ ਦੀ ਗੱਲ ਆ ਉਹ ਤੇ ਵਿਚਾਰ ਲਈ ਆ। ਇਹ ਥੱਲੇ ਵਾਲੀ ਪੰਕਤੀ ਕਿੰਨੇ ਵਿਚਾਰਨੀ ਆ? ਇਹ ਵੀ ਆਪਾਂ ਹੀ ਵਿਚਾਰਨੀ। ਉਹ ਹਰੀ ਆ, ਸਰਗੁਣ ਸਰੂਪ ਆ ਹਰੀ ਦਾ। ਉਹ ਨਿਰਗੁਣ ਵਿਆਪਿਆ, ਸਰਗੁਣ ਵਿਆਪਿਆ, ਸਰਗੁਣ ਤੋਂ ਨਿਰਗੁਣ ਵਿਆਪਿਆ। ਉਹ 20 21 ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ। ਸ਼ਬਦ ਫੋਟੋ ਚਾਰਿਆ 20 21 ਹਰ ਜਗਦੀਸ਼ਾ, 24 ਅਵਤਾਰ ਜਗਤ ਦਾ ਈਸ਼ਰ, 24 ਅਵਤਾਰਾ ਆ। ਔਰ 20 21 ਆ 2 0 2 1 ਦੀ ਖੇਡ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸਾਰੀ। ਨਿਰਗੁਣ ਤੋਂ ਸਰਗੁਣ, ਸਰਗੁਣ ਤੋਂ ਸਿਫਰ। ਔਰ ਹਰ ਸੰਗਤ ਜੀਓ ਇੱਕ ਹੋ ਕੇ ਸਰਗੁਣ ਧਾਰਾਂ ਭੇਜੀਆਂ ਔਰ ਸਾਰਿਆਂ ਨੇ ਇਸ ਨਿਰੰਕਾਰ ਦਾ ਇਸ਼ਟ ਮੰਨਿਆ ਤੇ ਸਰਗੁਣ ਤੋਂ ਫਿਰ ਇੱਕ ਹੋ ਕੇ ਵੀ ਖੇਲ ਕਰਦਾ ਹੈ ਸਾਹਿਬ। ਬੜੀਆਂ ਵੱਡੀਆਂ ਖੇਲਾਂ ਨੇ ਮੇਰੇ ਸਾਹਿਬ ਦੀਆਂ, ਸਮਝਣ ਦੀ ਲੋੜ ਆ। ਹਰ ਜਗਦੀਸ਼ਰ ਲਿਖਿਆ ਹੈ ਉਸ ਦੇ ਉੱਪਰ। ਉਹ ਹਰੀ ਦਾ ਸਰਗੁਣ ਸਰੂਪ ਆ, ਔਰ ਜੋ ਸਰੂਪ ਹਰੀ ਦਾ ਸਰਗੁਣ ਸਰੂਪ ਆ ਉਹ ਫੋਟੋ ਆ ਉਹਦਾ ਆਉਣਾ ਹੋਇਆ ਮਾਤਲੁਕ ਦੇ ਉੱਪਰ। ਤੇ ਫਿਰ ਇਹ ਸਾਰੀ ਬੰਤ ਬਣੀ ਆ। ਤੇ ਆਪਾਂ ਹਰ ਸੰਗਤ ਆ, ਆਪਾਂ ਇਸ ਹਰੀ ਦੀ ਸੰਗਤ ਆ। ਔਰ ਇਸ ਸੰਗਤ ਦੇ ਸੇਵਾਦਾਰ ਮਹਾਰਾਜ ਪੂਰਨ ਸਿੰਘ ਜੀ ਹਨ। ਮੈਂ ਕੋਈ ਝੂਠ ਤਾਂ ਨਹੀਂ ਬੋਲ ਰਿਹਾ? ਦੱਸ ਦਿਓ ਜੇ ਕੋਈ ਗਲਤ ਗੱਲ ਕਰ ਰਿਹਾ ਹਾਂ। ਗ੍ਰੰਥ ਦੇ ਵਿੱਚੋਂ ਮੈਂ ਉਸ ਵੇਲੇ ਲਿਖਤਾਂ ਕੱਢ ਕੇ ਦੇ ਦੇਣੀਆਂ, ਮੇਰੇ ਕੋਲ ਆ, ਇਹਦੇ ਵਿੱਚ ਨੇ ਸਾਰੀਆਂ ਜਿੱਥੋਂ ਮੈਂ ਬੋਲ। ਸੋ ਮੇਰੇ ਭੈਣੋ ਤੇ ਭਰਾਓ, ਸ਼ਬਦੋ ਫੋਟੋ ਤੇ ਬੜੇ ਅੱਜ ਜਿਹੜੀ ਟੀਕਾ ਟਿੱਪਣੀ ਹੁੰਦੀ ਹੈ ਮੇਰੇ ਭੈਣੋ ਤੇ ਭਰਾਓ, ਜਕਾਰੇ ਤੇ ਟੀਕਾ ਟਿੱਪਣੀ ਹੁੰਦੀ ਹੈ ਕਿ ਉਹ ਦੇ ਕਰਕੇ ਨਹੀਂ, ਦੇ ਕਰਕੇ ਉਹ ਹੋਇਆ, ਦੇ ਕਰਕੇ ਬੰਤ ਬਣੀ ਤੇ ਫਿਰ ਹੀ ਉਹਨੇ ਆਪਣਾ ਨਾਮ ਜਪਾਇਆ। ਨਿਰਗੁਣ ਨਿਰਵੈਰ ਪੁਰਖ ਅਕਾਲ। ਜੇ ਕੋਈ ਕਵੇ ਮੈਂ ਨਿਰਗੁਣ ਦੀ ਗੱਲ ਕਰਦਾ, ਮੈਂ ਪਾਰ ਬ੍ਰਹਮ ਦੀ ਗੱਲ ਕਰਦਾ, ਮੈਂ ਨਿਰਾਕਾਰ ਦੀ ਗੱਲ ਕਰਦਾ, ਅਕਾਲ ਪੁਰਖ ਉਸ ਦੀ ਗੱਲ ਕਰਦਾ, ਉਹ ਤੇ ਕਹਿ ਰਿਹਾ ਨਿਰਗੁਣ ਨਿਰਵੈਰ ਪੁਰਖ ਅਕਾਲ। ਸਰਗੁਣ ਸ਼ੇਰ ਸਿੰਘ ਨਾਮ ਰਖਾਈ ਆ। ਨਿਰਗੁਣ ਆ, ਉਹ ਤਿੰਨਾਂ ਗੁਣਾਂ ਦੇ ਵਿੱਚ ਆਉਣ ਵਾਲਾ ਨਹੀਂ, ਰਜੋ ਤਮੋ ਸਤੋ ਤੋਂ ਉੱਪਰ ਆ ਉਹਦੀ ਧਾਰ। ਲੇਕਿਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹਿ ਰਿਹਾ ਜਦ ਮੈਂ ਨਿਰਗੁਣ ਹੀ ਸਰਗੁਣ ਹੋ ਗਿਆ, ਮੈਂ ਪੰਜ ਤੱਤ ਦੇ ਆਪਣਾ ਆਕਾਰ ਕਰ ਲਿਆ, ਸਰਗੁਣ ਸਰੂਪ ਆਪਣਾ ਬਣਾਇਆ ਔਰ ਰਜਤਮ ਤਿੰਨਾਂ ਗੁਣਾਂ ਨਾਲ ਆਪਣਾ ਸਰੂਪ ਤਿਆਰ ਕਰਕੇ ਮੈਂ ਸਰਗੁਣ ਹੋ ਗਿਆ, ਨਿਰਗੁਣ ਹੀ ਸਰਗੁਣ ਹੋ ਗਿਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਉ ਰਖਾਈ ਆ। ਨਿਰਗੁਣ ਵੀ ਆਪਿਆ, ਸਰਗੁਣ ਵੀ ਆਪਿਆ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਅਸੀਂ 24 ਅਵਤਾਰ ਦਾ ਜਕਾਰਾ ਲਾਉਂਦੇ ਹਾਂ ਔਰ 24 ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਆਪਣੀ ਕਾਇਆ ਦਿੱਤੀ ਤਜ ਸਿੰਘ ਪੂਰਨ ਵਿੱਚ ਵੜਿਆ ਭੱਜ, ਗੁਰਮੁਖਾਂ ਦੇ ਪੜਦੇ ਰਿਹਾ ਕੱਜ। ਜਿਹੜੇ ਗੁਰਮੁਖਾਂ ਦੇ ਪੜਦੇ ਕੱਜੇ ਆ ਉਹ ਵੀ ਸਮਝ ਲਈਏ ਕਿ ਦੂਜੀ ਦੇਹ ਵਿੱਚ ਖੇਲ ਕਿਸ ਦਾ ਸੀ। ਮਹਾਰਾਜ ਪੂਰਨ ਸਿੰਘ ਦੀ ਦੇਹ ਦੇ ਵਿੱਚ ਕਿਸ ਦਾ ਖੇਲ ਸੀ। ਉੱਥੇ ਵੀ ਕੁਛ ਪੜਦਾ ਤੇ ਭਰਮ ਤੇ ਭੁਲੇਖਾ ਪਾਇਆ ਜਾਂਦਾ ਹੈ। ਬਾਣੀ ਹੀ ਇਸ ਦਾ ਨਾਸ਼ ਕਰ ਸਕਦੀ ਹੈ। ਵੇਖੋ ਬਾਣੀ ਕੀ ਕਹਿ ਰਹੀ, 4 ਨੰਬਰ ਗ੍ਰੰਥ ਲਿਖਤ ਕੀ ਕਹਿ ਰਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ 52 ਸਾਲ ਮਾਤ ਲੋਕ ਦੇ ਉੱਪਰ ਵੇਖ ਵਿਚਾਰ ਸਾਰੀ ਸ੍ਰਿਸ਼ਟੀ ਦਿੱਤੀ ਛੱਡ। ਦੇ ਕਰਕੇ 52 ਸਾਲ ਰਹੇ, ਵੇਖ ਵਿਚਾਰਿਆ ਇਸ ਸ੍ਰਿਸ਼ਟੀ ਨੂੰ, ਫਿਰ ਛੱਡ ਦਿੱਤਾ ਦੇ ਕਰਕੇ, ਦੇ ਛੱਡ ਦਿੱਤੀ, ਜੋ ਸਰੂਪ ਹੋ ਗਏ। ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਰਹੇ ਨੇ ਸਾਨੂੰ ਆਪਣੀ ਕਾਇਆ ਦਿੱਤੀ ਤਜ ਸਿੰਘ ਪੂਰਨ ਵਿੱਚ ਵੜਿਆ ਭੱਜ। ਇੱਥੇ ਬੜੀ ਨੁਕਤਾ ਚੀਨੀ ਚੱਲਦੀ ਹੈ, ਉਹ ਕਿੱਦਾਂ ਵੜ ਗਿਆ ਬੰਦੇ ਚ ਪਤਾ, ਜੋਤ ਪ੍ਰਵੇਸ਼ ਨਹੀਂ ਹੋਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੋਤ ਮਹਾਰਾਜ ਪੂਰਨ ਸਿੰਘ ਚ ਨਹੀਂ ਆਈ, ਉਹ ਸਵੈਮ ਆਪੇ ਪੂਰਨ ਪਰਮੇਸ਼ਰ ਨੇ ਪ੍ਰਗਟਾਵਾ ਕੀਤਾ। ਇਹ ਤੇ ਫਿਰ ਬਾਣੀ ਨੂੰ ਝਠਲਾਉਣ ਵਾਲੀ ਗੱਲ ਹੈ। ਬਾਣੀ ਕੁਛ ਹੋਰ ਕਹਿ ਰਹੀ ਆ, ਪ੍ਰਚਾਰ ਕੁਛ ਹੋਰ ਚੱਲ ਰਿਹਾ। ਬਾਣੀ ਕੀ ਕਹਿ ਰਹੀ ਫਿਰ ਸੁਣੋ। ਆਪਣੀ ਕਾਇਆ ਦਿੱਤੀ ਤਜ ਸਿੰਘ ਪੂਰਨ ਵਿੱਚ ਵੜਿਆ ਭੱਜ, ਗੁਰਮੁਖਾਂ ਦੇ ਪੜਦੇ ਰਿਹਾ ਕੱਜ, ਅੰਮ੍ਰਿਤ ਪਿਆਏ ਰੱਜ ਰੱਜ। ਆਪਣੀ ਕਾਇਆ ਨਾ ਕੀਤੀ ਪਿਆਰੀ, ਗੁਰਮੁਖ ਕਾਇਆ ਆਣ ਸ਼ਿੰਗਾਰੀ। ਗੁਰਮੁਖ ਰਚਿਆ ਤੇਰੀ 72 ਨਾੜੀ। ਇਹ ਸਾਰੀ ਲਿਖਤ ਚੱਲਦੀ ਹੈ। ਸੱਚੇ ਪਾਤਸ਼ਾਹ ਤੇ ਕਹਿ ਰਹੇ ਕਿ ਮੈਂ ਦੇਹ ਛੱਡ ਕੇ ਜੋ ਸਰੂਪ ਹੋ ਕੇ ਸਿੰਘ ਪੂਰਨ ਵਿੱਚ ਆ ਕੇ ਵੜ ਗਿਆ, ਮੈਂ ਖੇਲ ਰਿਹਾ। ਸਿੰਘ ਪੂਰਨ ਕੀ ਕਰੇ ਵਿਚਾਰਾ, ਵਿੱਚ ਵੜ ਬੈਠਾ ਜੋ ਸਰੂਪੀ ਹਰ ਨਿਰੰਕਾਰਾ।
ਸ੍ਰੇਸ਼ਟ ਸੁਭਾਈ ਮਾਰੇ ਧੱਕੇ ਨਾ ਨਿਕਲੇ ਵਿੱਚੋਂ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ 4 ਨੰਬਰ ਗ੍ਰੰਥ 'ਚ ਕਹਿ ਰਹੇ ਹਨ ਕਿ ਸਿੰਘ ਪੂਰਨ ਦੇ ਨਾਲ ਕਿਉਂ ਲੜਦੇ ਝਗੜਦੇ ਜੇ ਭਾਈ, ਇਹਨੂੰ ਕਿਉਂ ਧੱਕੇ ਮਾਰਦੇ ਜੇ, ਇਹਦੇ ਨਾਲ ਕਿਉਂ ਵੈਰ ਕਮਾਉਂਦੇ ਜੇ। ਇਹ ਵਿਚਾਰਾ ਕੀ ਕਰ ਰਿਹਾ, ਸਿੰਘ ਪੂਰਨ ਕੀ ਕਰੇ ਵਿਚਾਰਾ, ਵਿੱਚ ਵੜ ਬੈਠਾ ਜੋਤ ਸਰੂਪੀ ਹਰ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕ ਪ੍ਰਵਾਸੀ ਕਹਿ ਰਹੇ ਕਿ ਇਹਦੇ ਵਿੱਚ ਤੇ ਜੋਤ ਸਰੂਪੀ ਹਰੀ ਨਿਰੰਕਾਰ ਮੈਂ ਵੜ ਕੇ ਬਹਿ ਗਿਆ। ਤੁਸੀਂ ਲੱਖ ਧੱਕੇ ਮਾਰੋ ਸ੍ਰਿਸ਼ਟ ਸਭਾਈ, ਇਹਦੇ ਵਿੱਚੋਂ ਮੈਂ ਬਾਹਰ ਨਿਕਲਣ ਵਾਲਾ ਨਹੀਂ। 37.5 ਸਾਲ ਖੇਲ ਚੱਲਣੀ ਸੀ ਉਸ ਦੇਹ ਦੇ ਵਿੱਚ। ਸੰਭਲ ਨੂੰ ਵੀ ਬਣਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ, ਸੰਭਲ ਸਰੀਰ ਨੂੰ ਬਣਾਇਆ ਔਰ ਉਸ ਨੂੰ ਘੜਿਆ। ਔਰ ਜਦ ਕਾਇਆ ਕੁਰੇ ਦੀ ਵੰਡ ਕੀਤੀ ਤੇ ਗੋਬਿੰਦ ਦਾ ਗੜ, ਗੋਬਿੰਦ ਦਾ ਗ੍ਰਹਿ, ਗੋਬਿੰਦ ਦਾ ਘਰ ਬਣਾਇਆ। ਸੋ ਹਰ ਸੰਗਤ ਜੋ ਬੜਾ ਲੰਮਾ ਲੇਖਿਆ, ਮੈਂ ਹੁਣ ਸਮਾਂ ਜ਼ਿਆਦਾ ਨਹੀਂ ਲੈਣਾ। ਮੰਗਲ ਸਿੰਘ ਬੜੇ ਚਿਰ ਦਾ ਵੇਖ ਰਿਹਾ ਵੀ ਬਹੁਤਾ ਟਾਈਮ ਜ਼ਿਆਦਾ ਲੈ। ਬਾਕੀ ਮੰਗਲ ਸਿੰਘ ਤੋਂ ਯਾਦ ਆ ਗਿਆ, ਬਚਨ ਜਾਂਦਾ ਜਾਂਦਾ ਹੋਰ ਕਰ ਹੀ ਦੇਵਾਂ, ਪਤਾ ਨਹੀਂ ਫੇਰ ਸਮਾਂ ਕਦੋਂ ਲੱਗ ਕਵੇ ਕਿ ਇਹਨੂੰ ਤੇ ਮੈਂ ਸਿੱਖ ਹੀ ਨਹੀਂ ਸਮਝਦਾ ਜਾਂ ਸਮਝਦੀ, ਤੇ ਕਿਸੇ ਨਿੰਦਕ ਦਾ ਸਾਥ ਦੇਵੇ ਤੇ ਇਸ ਤੋਂ ਮੰਦਭਾਗੀ ਸਾਡੇ ਸਿੱਖਾਂ ਵਾਸਤੇ ਕੀ ਗੱਲ ਹੋ ਸਕਦੀ ਕਿ ਆਪਾਂ ਨਿੰਦਕਾਂ ਦਾ ਸਾਥ ਦਈਏ, ਨਿੰਦਕਾਂ ਨੂੰ ਸਟੇਜਾਂ ਤੇ ਬੋਲਣ ਲਈ ਖੁੱਲੇ ਟਾਈਮ ਦੇ ਦਈਏ, ਨਿੰਦਕਾਂ ਤੋਂ ਨੇਕ ਕਲੰਕ ਅਵਤਾਰ ਪਰਥਾਏ ਕੂੜ ਪ੍ਰਚਾਰ ਕਰਵਾਈਏ। ਤੇ ਜੇ ਕੋਈ ਸੱਚੇ ਸਿੱਖ ਉੱਠ ਕੇ ਕਹਿਣ ਕਿ ਬਾਣੀ ਚੋਂ ਪੜ੍ਹ ਕੇ ਸਾਨੂੰ ਸੁਣਾ ਦਿਓ ਸੱਚੀ ਗੱਲ, ਆਹ ਕੂੜ ਕਿੱਥੇ ਲਿਖਿਆ ਜਿਹੜਾ ਸਟੇਜਾਂ ਤੇ ਬੋਲਦੇ ਜੇ। ਤੇ ਫਿਰ ਮਗਰੋਂ ਬੁਲਾਰੇ ਉੱਠ ਕੇ ਮੁਖੀ ਕਹਿਣ ਕਿ ਅਸੀਂ ਤੇ ਮੰਗਲ ਵਰਗਿਆਂ ਨੂੰ ਸਿੱਖ ਨਹੀਂ ਸਮਝਦੇ। ਇਸ ਤੋਂ ਮੰਦਭਾਗੀ ਉਹਨਾਂ ਬੁਲਾਰਿਆਂ ਵਾਸਤੇ ਕੀ ਹੋਰ ਕਰਮ ਉਹਨਾਂ ਦਾ ਤੇ ਘਟਨਾ ਹੋ ਸਕਦੀ। ਕਿਸੇ ਸਿੱਖ ਦੇ ਕੋਲ ਕੋਈ ਮੀਟਰ ਨਹੀਂ ਗਾ ਕਿ ਉਹ ਲਾ ਕੇ ਕਹਿ ਦਵੇ ਤੂੰ ਮਾੜਾ ਆ ਤੇ ਤੂੰ ਚੰਗਾ ਆ। ਉਹ ਪੜਦੇ ਕੱਜਣ ਵਾਲੇ ਮਹਾਰਾਜ ਸ਼ੇਰ ਸਿੰਘ ਨੂੰ ਪਤਾ ਕਿਹੜਾ ਚੰਗਾ ਕਿਹੜਾ ਮਾੜਾ। ਜੇ ਪਾਤਸ਼ਾਹ ਜੋਤ ਸਰੂਪ ਬਚਨਾਂ 'ਚ ਕਹਿੰਦੇ ਜੇ ਅਸੀਂ ਪੜਦਾ ਤੁਹਾਡਾ ਚੁੱਕ ਦਈਏ ਤੇ ਤੁਸੀਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਮੂੰਹ ਵਿਖਾਉਣ ਜੋਗੇ ਨਾ ਰਹੋ, ਅਸੀਂ ਪੜਦਾ ਪਾ ਕੇ ਤੁਹਾਨੂੰ ਲਈ ਫਿਰਦੇ। ਤੇ ਜੇ ਪੜਦਾ ਉਹ ਚੁੱਕ ਦੇਵੇ ਤੇ ਹੋ ਸਕਦਾ ਭੈਣ ਭਰਾ ਹੀ ਆਪਸ ਵਿੱਚ ਮੂੰਹ ਵਿਖਾਉਣ ਜੋਗੇ ਨਾ ਰਹਿਣ। ਉਹਨੇ ਪੜਦਾ ਪਾਇਆ ਸਾਡੇ। ਇਹੋ ਜਿਹੇ ਜਿਹੜੇ ਬਚਨ ਬੋਲਣੇ। ਸੋ ਡਰਨਾ ਨਹੀਂਗਾ, ਸੱਚਾਈ ਤੇ ਦ੍ਰਿੜ ਰਹਿਣਾ ਸਾਰਿਆਂ ਨੇ। ਓਟ ਰੱਖਿਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੀ, ਕਿਤੇ ਵੀ ਪਿੱਠ ਨਹੀਂ ਲੱਗਣੀ। ਬੰਦਿਆਂ ਦੀ ਓਟ ਰੱਖਾਂਗੇ ਤੇ ਪਿੱਠਾਂ ਲੱਗਣੀਆਂ ਚਾਲੂ ਹੋ ਜਾਣੀਆਂ ਤੇ ਲੱਗਦੀਆਂ ਵੇਖਣ ਡਏ ਤੁਸੀਂ। ਓਟ ਮਹਾਰਾਜ ਦੀ ਰੱਖਿਓ ਇੱਕ ਅਕਾਲ, ਉਹਨੇ ਸਿਰ ਤੇ ਹੱਥ ਰੱਖਣਾ ਸਹਾਈ ਆ ਸਦਾ। ਸੋ ਮੇਰੇ ਭੈਣੋ ਤੇ ਭਰਾਓ, ਜਿਹੜਾ ਵੀ ਇਹ ਪ੍ਰਚਾਰ ਕਰਦਾ ਕਿ ਦਰਸ਼ਨ ਸਿੰਘ ਗੁਰਸਿੱਖ ਵਰਗੇ ਮੂਰਖ, ਉਹ ਆਪਣੇ ਆਪ 'ਚ ਘਟ ਗਏ। ਅੱਜ ਉਹ ਗਿਰ ਗਏ ਆਪਣੇ ਮਿਆਰ ਤੋਂ, ਥੱਲੇ ਹੋ ਗਏ ਆ, ਨੀਵੇਂ ਹੋ ਗਏ ਆ। ਜਿਹੜਾ ਕੋਈ ਰੁਤਬਾ ਹੈਗਾ ਸੀ ਉਹ ਵੀ ਖਤਮ ਕਰ ਲਿਆ। ਇਹ ਇੱਕ ਸਿੱਖ ਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਮੂਰਖ ਆ। ਕਿਹਦੇ ਕੋਲ ਇਹ ਪਾਵਰ ਆ ਕਿ ਆਪਣੇ ਚੋਂ ਕਹੀਏ ਕਿ ਇਹ ਮੂਰਖ ਆ ਜਾਂ ਉਹ ਬੜਾ ਚਤਰ ਸਜਾਣਿਆ, ਆਹ ਚੰਗਾ ਤੇ ਆਹ ਮਾੜਾ। ਆਪਾਂ ਤੇ ਸਾਰੇ ਹੀ ਮੂਰਖ ਮੂੜ ਆ, ਸਾਡੇ ਵਿੱਚ ਕਰਤੂਤ ਕੀ ਹੈ। ਸੋ ਆਪਾਂ ਇਸ ਚੀਜ਼ ਨੂੰ ਜਿਹੜਾ ਵਿਚਾਰ ਮੈਨੂੰ ਕਰ ਲੈਂਦੇ ਮੰਗਲ ਸਿੰਘ, ਵਿਚਾਰ ਮੈਨੂੰ ਕਰ ਲੈਂਦੇ। ਗੱਲ ਸੱਚ ਦੀ ਆ। ਇਹਨਾਂ ਸਿੱਖਾਂ ਦਾ ਕੌਣ ਆ, ਤੁਹਾਡਾ ਕੌਣ ਆ? ਤੁਸੀਂ ਅਵਾਰਾ ਜੇ? ਤੁਹਾਡਾ ਕੋਈ ਵਾਲੀ ਵਾਰਸ ਨਹੀਂਗਾ, ਤੁਹਾਡਾ ਕੋਈ ਵਾਲੀ ਵਾਰਸ ਨਹੀਂ ਹੈਗਾ। ਤੁਸੀਂ ਕਿਤੇ ਅਵਾਰਾ ਜੇ, ਇਹ ਕਿਤੇ ਅਵਾਰਾ ਨਹੀਂ, ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂਗਾ। ਇਸ ਚੀਜ਼ ਨੂੰ ਸਮਝਿਆ ਕਰੋ। ਤੁਹਾਨੂੰ ਸਾਰਿਆਂ ਨੂੰ ਪਤਾ ਗੱਲ ਦਾ ਜਿੱਥੇ ਮੈਂ ਗੱਲ ਕਰ। ਸੋ ਮੇਰੇ ਭੈਣੋ ਤੇ ਭਰਾਓ, ਭਾਈਏ ਦਰਸ਼ਨ ਸਿੰਘ ਹੋਣਾ ਨੇ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਦਾ ਲੜ ਫੜਿਆ ਸੀ ਤੇ ਜਿੱਦਾਂ ਭਗਤਾਂ ਦੀ ਪਿੱਛੇ ਉਹਨੇ ਪੱਤ ਰੱਖੀ ਆ, ਤੇ ਮਰਿੰਡੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਪੱਤ ਰੱਖੀ ਸੀ। ਉਸ ਪ੍ਰੋਗਰਾਮ, ਉਸ ਟੂਰ ਦੀ ਪੱਤ ਰੱਖੀ ਸੀ। ਹਾਨੀ ਕਰਨ ਵਾਲਿਆਂ ਸੋਚਿਆ ਸੀ ਕਿ ਹਾਨੀ ਕਰ ਦਈਏ, ਸੰਗਤਾਂ ਰੋਕ ਦਈਏ, ਪਰ ਜਿਹੜਾ ਐਡਾ ਸਮਰੱਥ ਆ ਜਿਹਦੇ ਸਿੱਖ ਹੋ ਕੇ ਕਹਿੰਦੇ ਉਹਦੇ ਨਾਂ ਤੇ ਕਰਨਾ, ਉਹਨੇ ਫਿਰ ਕਰਕੇ ਵਿਖਾਤਾ ਸਾਰਾ ਕੁਝ ਬੰਦੇ ਨੂੰ। ਤੇ ਜੇ ਕੋਈ ਕਵੇ ਕਿ ਮੰਗਲ ਰਾਮ ਵਰਗੇ ਸਿੱਖ ਨਹੀਂ ਗਏ, ਮੰਗਲ ਰਾਮ ਵਰਗਿਆਂ ਨੂੰ ਨਾ ਸਿੱਖ ਕਹਿਣ ਵਾਲੇ ਅੱਜ ਖੁਦ ਸਿੱਖੀ ਤੋਂ ਭਟਕ ਗਏ ਆ ਤੇ ਪੁੱਠੇ ਮਾਰਗ ਤੇ ਚੜ ਗਿਆ ਤੇ ਪੁੱਠੀਆਂ ਪੱਟੀਆਂ ਤੇ ਚੜੇ। ਸੋ ਆਪਾਂ ਅਡੋਲ ਰਹਿਣਾ, ਸੱਚ ਤੇ ਦ੍ਰਿੜ ਰਹਿਣਾ, ਪੱਕੇ ਰਹਿਣਾ, ਸੱਚੇ ਪਾਤਸ਼ਾਹ ਤੋਂ ਦਇਆ ਮਿਹਰ ਮੰਗਣੀ। ਲਓ ਜੀ ਹੁਣ ਮੈਂ ਬਸ ਕਰ ਦਿੰਦਾ, ਠੀਕ ਹੈ ਜੀ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।